हेलो बच्चों, वेलकम टू दिस क्लास। अपना फोर्थ ਲੈਕਚਰ ਕਪੈਸਿਟਰ ਦੇ ਉੱਤੇ ਇਨਵੋਲਵ 4 ਹੋ ਗਏ ਪੂਰੇ, ਠੀਕ ਹੈ। ਐਂਡ ਫੋਰਥ ਲੈਕਚਰ ਦੇ ਵਿੱਚ ਜਿਹੜਾ ਆਪਾਂ ਥਰਡ ਲੈਕਚਰ ਦੇ ਵਿੱਚ ਕੰਮ ਛੱਡ ਕੇ ਆਏ ਸੀਗੇ, ਕਪੈਸਿਟੈਂਸ ਦਾ ਲਾਸਟ ਤੇ ਫਾਰਮੂਲਾ ਬਣਾਇਆ ਸੀ। ਮੈਂ ਤੁਹਾਨੂੰ ਕਿਹਾ ਸੀ ਕਿ ਹੁਣ ਆਪਾਂ ਇਹਨੂੰ ਵੈਰੀਫਾਈ ਕਰਨਾ ਹੈ ਕਿ ਫਾਰਮੂਲਾ ਠੀਕ ਆਇਆ ਕਿ ਨਹੀਂ ਆਇਆ। ਸੋ ਉਹ ਕੰਮ ਕਰਨਾ ਹੈ ਜਲਦੀ ਜਲਦੀ। ਜਿਹੜਾ ਆਪਣਾ ਪਿਛਲਾ ਲੈਕਚਰ ਸੀ ਉਹਨੂੰ ਰਿਵਾਈਜ਼ ਕਰ ਦਈਏ, ਕਿਉਂਕਿ ਉਹਦੇ ਨਾਲ ਪੂਰਾ ਚੈਪਟਰ ਲਿਖਿਆ ਨਾਲ ਜੁੜਿਆ ਹੋਇਆ ਹੈ। ਸਭ ਤੋਂ ਪਹਿਲੇ ਨੰਬਰ ਤੇ ਆਪਾਂ ਡਿਫਾਈਨ ਕੀਤਾ ਸੀ ਬੇਟਾ ਕਪੈਸਿਟੈਂਸ ਨੂੰ। ਹੁਣ ਕਪੈਸਿਟੈਂਸ ਕੀ ਹੁੰਦੀ ਹੈ? ਇਹਨਾਂ ਦੋਹਾਂ ਦੀ ਰੇਸ਼ੋ ਹੈ। ਕਿਸੇ ਵੀ ਕੰਡਕਟਰ ਨੂੰ ਜਦੋਂ ਆਪਾਂ ਚਾਰਜ ਦਿੰਨੇ ਆ ਤਾਂ ਜਿੰਨਾ ਜ਼ਿਆਦਾ ਚਾਰਜ ਦਿਓਗੇ ਉਨਾ ਜ਼ਿਆਦਾ ਉਹਦਾ ਪੋਟੈਂਸ਼ੀਅਲ ਹੋ ਜਾਂਦਾ, ਠੀਕ ਹੈ। ਹੁਣ ਆਈ ਹੋਪ ਕਿ ਤੁਹਾਨੂੰ ਇਹ ਗੱਲਾਂ ਸਮਝ ਨੇ। ਜਦੋਂ ਪਰ ਇਹਨਾਂ ਦੋਨਾਂ ਦੇ ਜਿਹੜਾ ਜਿੰਨਾ ਇਹ ਵੱਧਦਾ ਹੈ ਉਨਾ ਹੀ ਇਹ ਵੱਧਦਾ ਹੈ, ਇਸ ਕਰਕੇ ਇਹਨਾਂ ਦੋਨਾਂ ਦੀ ਰੇਸ਼ੋ ਜਿਹੜੀ ਫਿਕਸ ਹੁੰਦੀ ਉਹਨੂੰ ਅਸੀਂ ਨਾਮ ਦਿੱਤਾ ਸੀ ਕਪੈਸਿਟੈਂਸ ਦਾ। ਇਹਦਾ ਜਿਹੜਾ ਯੂਨਿਟ ਸੀਗਾ ਉਹ 1 ਫੈਰਡ ਹੁੰਦਾ, ਫੈਰਾਡੇ ਦੇ ਨਾਮ ਤੋਂ ਬਣਾਇਆ ਗਿਆ। ਐਂਡ 1 ਫੈਰਡ ਕਿਹਦੇ ਬਰਾਬਰ ਹੋਏਗਾ? ਕੂਲਮ ਪਰ ਵੋਲਟ, ਕੂਲਮ ਪਰ ਵੋਲਟ, ਠੀਕ ਹੈ। ਐਂਡ ਅਸੀਂ ਇਹ ਕਿਹਾ ਸੀਗਾ ਕਿ ਇਹਦੇ ਜਿਹੜੇ ਪ੍ਰੈਕਟੀਕਲ ਯੂਨਿਟਸ ਨੇ ਉਹ ਆਹ ਨੇ, ਮਾਈਕਰੋ ਫੈਰਡ, ਨੈਨੋ ਫੈਰਡ ਤੇ ਪੀਕੋ ਫੈਰਡ ਵਰਗੇ ਪ੍ਰੈਕਟੀਕਲ ਯੂਨਿਟ। ਕਿਉਂ? ਕਿਉਂਕਿ ਜਦੋਂ ਆਪਾਂ ਅਰਥ ਦੀ ਜਿਵੇਂ ਇੱਕ ਸਫੈਰੀਕਲ ਕੰਡਕਟਰ ਦੀ ਜਦੋਂ ਕਪੈਸਿਟੈਂਸ ਕੱਢੀ ਤਾਂ ਅਸੀਂ ਦੇਖਿਆ ਕਿ ਉਹਦੀ ਕਪੈਸਿਟੈਂਸ ਦਾ ਫਾਰਮੂਲੇ ਦੇ ਵਿੱਚ ਕੌਣ ਆਇਆ? ਜਿਵੇਂ 4πε0 r ਆਇਆ। ਜਦੋਂ ਅਸੀਂ ਅਰਥ ਦਾ ਰੇਡੀਅਸ ਭਰ ਕੇ ਦੇਖਿਆ ਸੀਗਾ ਤੇ ਇਫ ਯੂ ਰਿਮੈਂਬਰ ਕਿ ਅਰਥ ਦੀ ਜਿਹੜੀ ਕਪੈਸਿਟੈਂਸ ਆਈ ਸੀ that was 711 ਮਾਈਕਰੋਫੈਰਡ, ਠੀਕ ਹੈ। ਇੰਨੇ ਵੱਡੇ ਕੰਡਕਟਰ ਦੀ ਕਪੈਸਿਟੈਂਸ ਇੰਨੀ ਘੱਟ ਹੈ, ਇਸ ਕਰਕੇ ਅਸੀਂ ਕਿਹਾ ਸੀ ਕਿ 1 ਫੈਰਡ ਇਜ਼ ਅ ਵੈਰੀ ਲਾਰਜ ਯੂਨਿਟ। ਓਕੇ। ਐਂਡ ਇੱਕ ਗੱਲ ਤੁਹਾਨੂੰ ਹੋਰ ਯਾਦ ਕਰਨ ਨੂੰ ਕਹੀ ਸੀਗੀ ਕਿ ਕਪੈਸਿਟੈਂਸ ਦੇ ਫਾਰਮੂਲੇ ਦੀ ਇੱਕ ਪੱਕੀ ਪਹਿਚਾਣ ਬਣਾ ਲਓ। ਪੱਕੀ ਪਹਿਚਾਣ ਕਿਹੜੀ ਪਹਿਚਾਣ ਪੱਕੀ ਹੈ? ਕਿ ਪੱਕੀ ਗੱਲ ਹੈ ਕਿ ਇੱਕ ਆ ਐਪਸਾਈਲਨ ਨੋਟ ਪਰਮਿਟਿਵਿਟੀ ਵਰਗੀ ਜਦੋਂ ਵੀ ਕੋਈ ਚੀਜ਼ ਨਾਲ ਬੈਠੀ ਹੋਵੇ ਤਾਂ ਜਿਹੜਾ ਨਾਲ ਬੈਠਾ ਹੋਏਗਾ ਪੱਕਾ ਲੈਂਥ ਹੋਏਗੀ, ਠੀਕ ਹੈ। ਐਵੇਂ ਆਪਾਂ ਪੈਰਲਲ ਪਲੇਟ ਕਪੈਸਿਟਰ ਦੇ ਬਾਰੇ ਪੜ੍ਹਿਆ ਕਿ ਜਿਹੜਾ ਪੈਰਲਲ ਪਲੇਟ ਕਪੈਸਿਟਰ ਹੁੰਦਾ ਹੈ ਇਹਦੇ ਵਿੱਚ ਇੱਕ ਪਲੇਟ ਨੂੰ ਪੋਜ਼ਿਟਿਵ ਤੇ ਦੂਜੀ ਨੂੰ ਆਪਾਂ ਜਦੋਂ ਨੈਗੇਟਿਵ ਦਿੰਦੇ ਆ ਚਾਰਜ, ਸਾਡੇ ਸਿਲੇਬਸ 'ਚ ਜ਼ਿਆਦਾਤਰ ਇਹੀ ਕੁਐਸਚਨ ਹੈ ਕਿ ਦੋਨੇ ਬਰਾਬਰ ਦੇ ਹੁੰਦੇ ਨੇ ਐਂਡ ਆਪੋਜ਼ਿਟ ਹੁੰਦੇ ਨੇ ਬੇਟੇ। ਤਾਂ ਅਸੀਂ ਬੋਲਦੇ ਆ ਜਿਹੜਾ ਪਲੇਟ ਪੋਜ਼ਿਟਿਵ ਕੋਲ ਚਾਰਜ ਹੁੰਦਾ ਉਹ ਆਪਾਂ ਬੋਲਦੇ ਨੇ ਕਿ ਇਸ ਕਪੈਸਿਟਰ ਕੋਲ ਇੰਨਾ ਚਾਰਜ ਹੈ ਜਦੋਂ ਇਹ ਦੋਨੋਂ ਬਰਾਬਰ ਹੋਣ, ਠੀਕ ਹੈ। ਐਂਡ ਜਿਹੜਾ ਇਹਨਾਂ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਉਹਨੂੰ ਵੀ ਆਪਾਂ ਕਹਿੰਦੇ ਨੇ ਕਿ ਪੋਟੈਂਸ਼ੀਅਲ ਕਿਹਦਾ ਹੈ? ਕਪੈਸਿਟਰ ਦਾ ਹੈ, ਠੀਕ ਹੈ। ਐਂਡ ਵੀ ਹੈਵ ਡਨ ਦਿਸ ਕਿ ਕਪੈਸਿਟੈਂਸ ਦਾ ਫਾਰਮੂਲਾ ਆਹ ਹੈ। ਜਿਨ੍ਹਾਂ ਨੇ ਨਹੀਂ ਦੇਖਿਆ ਡਿਸਕ੍ਰਿਪਸ਼ਨ 'ਚ ਵੀ ਉਹਦਾ ਲਿੰਕ ਪਿਆ ਬੇਟੇ, ਠੀਕ ਹੈ। ਪਲੀਜ਼ ਦੇਖ ਕੇ ਆਓ, ਇਟਸ ਬੈਟਰ। ਐਂਡ ਜੇ ਤੁਸੀਂ ਇਹਦੀ ਜਗ੍ਹਾ ਤੇ ਜਦੋਂ ਮੀਡੀਅਮ ਬਦਲ ਦੋਗੇ ਤਾਂ ਕਪੈਸਿਟੈਂਸ ਕਿੰਨੇ ਟਾਈਮਸ ਹੋ ਜਾਂਦੀ ਹੈ? ਉਨੇ ਟਾਈਮਸ ਹੋ ਜਾਂਦੀ ਹੈ ਜਿੰਨਾ ਡਾਇਲੈਕਟ੍ਰਿਕ ਕਾਂਸਟੈਂਟ ਹੁੰਦਾ। ਆਈ ਵੋਂਟ ਰਿਪੀਟ ਦੈਟ, ਠੀਕ ਹੈ। ਇਹਨੂੰ ਤੁਸੀਂ ਆਪਣੇ ਆਪ ਦੇਖਣਾ ਹੈ। ਹੁਣ ਆਪਾਂ ਇਹ ਜਿਹੜੀਆਂ ਗੱਲਾਂ ਕਰਤੀਆਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਸਮਝਣ ਵਾਸਤੇ ਡੈਮੋਨਸਟ੍ਰੇਸ਼ਨ ਉਦੋਂ ਜ਼ਿਆਦਾ ਵਧੀਆ ਸਮਝ ਆਏਗੀ ਜਦੋਂ ਛੋਟੀਆਂ ਛੋਟੀਆਂ ਗੱਲਾਂ ਹੋਰ ਸਮਝ ਲਈਏ। ਸੋ ਪਹਿਲਾ ਇੱਕ ਨੂਮੈਰੀਕਲ ਦੇਖੋ ਤੁਸੀਂ ਸਕਰੀਨ ਤੇ, ਤੁਹਾਨੂੰ ਦਿਖ ਰਿਹਾ ਹੋਣਾ ਕੀ ਨੂਮੈਰੀਕਲ ਹੈ ਆਪਣੇ ਕੋਲ ਕਿ ਦੋ ਕੰਡਕਟਰ ਨੇ। ਆ ਇੱਕ ਕੰਡਕਟਰ ਹੈ, ਆ ਦੂਜਾ ਕੰਡਕਟਰ ਹੈ। ਇੱਕ ਕੰਡਕਟਰ ਕੋਲੋਂ ਇਲੈਕਟ੍ਰੋਨਸ ਨਿਕਲੇ, ਕਿੰਨੇ ਨਿਕਲੇ ਬੇਟੇ? 10⁻12। ਇਹ ਚਲੇ ਗਏ ਦੂਜੇ ਪਾਸੇ ਨੂੰ, ਠੀਕ ਹੈ। ਜਦੋਂ ਉਧਰ ਚਲੇ ਗਏ ਤਾਂ ਹੁਣ ਆਪਣੇ ਕੋਲ ਪੁੱਛਿਆ ਕੀ ਗਿਆ ਕਿ ਜਦੋਂ ਇਹਨੇ ਉਹਨੂੰ 10⁻12 ਇਲੈਕਟ੍ਰੋਨ ਦੇਤੇ, ਠੀਕ ਹੈ। ਐਂਡ ਐਵੇਂ ਕਰਨ ਨਾਲ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਬਣ ਗਿਆ ਦੋਨਾਂ ਪਲੇਟਸ ਦੇ ਵਿਚਕਾਰ, ਆਫ ਕੋਰਸ ਇਹਨੂੰ ਇਲੈਕਟ੍ਰੋਨਸ ਮਿਲੇ ਨੇ, ਇਹਦੇ ਤੇ ਨੈਗੇਟਿਵ ਚਾਰਜ, ਇਹਦੇ ਤੇ ਪੋਜ਼ਿਟਿਵ ਚਾਰਜ ਆ ਗਿਆ, ਇਹਦਾ ਮਤਲਬ ਪੋਟੈਂਸ਼ੀਅਲ ਡਿਫਰੈਂਸ ਬਣ ਗਿਆ ਹੋਊਗਾ, ਉਹ ਹੈਗਾ 10 ਵੋਲਟ ਦਾ। ਸਾਨੂੰ ਕੀ ਪੁੱਛਿਆ? ਕਪੈਸਿਟੈਂਸ ਕਿੰਨੀ ਹੈ। ਹੁਣ ਸਾਨੂੰ ਪਤਾ ਹੈ ਕਿ ਕਪੈਸਿਟੈਂਸ ਕਿੰਨੇ ਬਰਾਬਰ ਹੈ? ਪ੍ਰਾਇਮਰੀਲੀ ਉਹ Q/V ਹੈ, ਹੈਨਾ। ਜੋ Q/V ਹੈ ਇਹਦਾ ਮਤਲਬ C ਬਰਾਬਰ Q/V। Q ਕਿੰਨਾ ਹੈ? Q ਸਾਨੂੰ ਨਹੀਂ ਪਤਾ, ਪਰ ਸਾਨੂੰ ਕੁਆਂਟਾਈਜੇਸ਼ਨ ਆਫ ਚਾਰਜ ਤੋਂ ਪਤਾ ਹੈ ਕਿ Q ਬਰਾਬਰ ਹੁੰਦਾ ਹੈ NE ਦੇ। ਇਹੀ ਪਤਾ ਕਿ ਨਹੀਂ ਸਾਰਿਆਂ ਨੂੰ? ਹੁਣ N ਜਿਹੜਾ ਹੈ ਉਹ ਕਿੰਨਾ ਹੈ? 10⁻12। E ਕਿੰਨਾ ਹੈ? 1.6 ਇਲੈਕਟ੍ਰੋਨ ਦੇ ਚਾਰਜ ਉਹ ਇੰਨਾ ਹੁੰਦਾ ਹੈ ਤੇ ਡਿਵਾਈਡਡ ਬਾਈ V ਕਿੰਨਾ ਹੈ ਬੇਟੇ? 50, ਠੀਕ ਹੈ। 10 ਸੌਰੀ, V ਕਿੰਨਾ ਹੈ? 10। ਤਾਂ ਇਹਦਾ ਮਤਲਬ ਸਾਡਾ ਆਨਸਰ ਸੋਲਵ ਕਰਕੇ ਕਿੰਨਾ ਆ ਗਿਆ? 1.6 ਇਨਟੂ ਕਿੰਨਾ ਬਣ ਗਿਆ ਬੇਟੇ ਇਹ ਇੱਕ ਕੱਟਿਆ ਗਿਆ, ਇਹ ਕਿੰਨਾ ਰਹਿ ਗਿਆ? 11। ਤਾਂ ਮਾਈਨਸ ਦਾ 19 ਤੇ ਪਲੱਸ ਦਾ 11 ਕਿੰਨਾ ਬਣ ਗਿਆ? ਇਹ ਮਾਈਨਸ ਦਾ 8। ਸੋ 10⁻−8 ਇੰਨੇ ਕੀ ਆ ਗਿਆ? ਫੈਰਡ, ਠੀਕ ਹੈ। ਸੋ ਇਹ ਆਪਣੀ ਕਪੈਸਿਟੈਂਸ ਆ ਗਈ। ਇਜ਼ ਦੈਟ ਓਕੇ? ਹੁਣ ਅਗਲਾ ਕੁਐਸਚਨ ਦੇਖੋ, ਅਗਲਾ ਸਕਰੀਨ ਤੇ ਹੈ ਜਲਦੀ ਤੁਹਾਡੇ ਕੋਲ। ਇਫ ਯੂ ਕੈਨ ਡੂ ਕਰ ਸਕਦੇ ਹੋ ਆਪਣੇ ਆਪ ਵੀ, ਕੋਈ ਚੱਕਰ ਨਹੀਂ ਹੈਗਾ। ਮੇਰੇ ਲਈ ਇਹ ਜ਼ਰੂਰੀ ਹੈ ਕਿ ਡੈਮੋਨਸਟ੍ਰੇਸ਼ਨ ਤੁਹਾਨੂੰ ਉਦੋਂ ਸਮਝ ਆਉਣੀ ਹੈ ਜਦੋਂ ਇਹ ਸਾਰੀਆਂ ਗੱਲਾਂ ਸਮਝ ਆਈਆਂ। ਮੈਂ ਤੁਹਾਨੂੰ ਕਿਹਾ ਕਿ 1 ਫੈਰਡ ਬਹੁਤ ਵੱਡੀ ਕਪੈਸਿਟੈਂਸ ਹੈ, ਹਨਾ। ਹੁਣ ਇਸ ਕੁਐਸਚਨ 'ਚ ਆਪਾਂ ਨੂੰ ਕੀ ਦਿੱਤਾ ਹੋਇਆ ਕਿ ਯਾਰ ਜੇ 1 ਫੈਰਡ ਦੀ ਕਪੈਸਿਟੈਂਸ ਚਾਹੀਦੀ ਹੋਵੇ, ਖੇਡਣ ਦਾ ਸਵਾਲ ਵੱਖਰਾ ਹੀ ਹੈ ਬੇਟੇ। ਜੇ 1 ਫੈਰਡ ਦੀ ਕਪੈਸਿਟੈਂਸ ਚਾਹੀਦੀ ਹੈ, ਠੀਕ ਹੈ,
ਐਂਡ ਆਪਾਂ ਨੂੰ ਇਹ ਦਿੱਤਾ ਹੈ ਕਿ ਜਿਹੜੀ ਪਲੇਟ ਜਿਹੜਾ ਵਿਚਕਾਰ ਮੀਡੀਅਮ ਹੈ ਉਹ 에ਅਰ ਹੈ ਐਂਡ ਜਿਹੜਾ ਡਿਸਟੈਂਸ ਬਿਟਵੀਨ ਦਾ ਪਲੇਟਸ ਹੈ ਉਹ ਹੈਗਾ 1 ਮਿਲੀਮੀਟਰ। ਠੀਕ ਹੈ, ਡਿਸਟੈਂਸ ਬਿਟਵੀਨ ਦਾ ਪਲੇਟਸ ਜਿਹੜਾ ਉਹ ਹੈਗਾ 1 ਮਿਲੀਮੀਟਰ। ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਕਪੈਸਿਟੈਂਸ ਗਿਵਨ ਹੈ, ਆਪਾਂ ਏਰੀਆ ਕੱਢਣਾ ਚਾਹੁੰਦੇ ਹਾਂ। ਸਾਨੂੰ ਪਤਾ ਹੈ ਕਿ C ਬਰਾਬਰ ਕਿੰਨੇ ਹੁੰਦਾ ਹੈ, A ਐਪਸਿਲਨ ਨੋਟ ਡਿਵਾਈਡਡ ਬਾਈ ਕਿੰਨਾ D, ਪੈਰਲਲ ਪਲੇਟ ਕਪੈਸਿਟਰ ਦੀ ਗੱਲ ਕੀਤੀ ਹੈ। C ਕਿੰਨਾ ਹੈ 1, A ਨਹੀਂ ਪਤਾ ਲੇਕਿਨ ਐਪਸਿਲਨ ਨੋਟ ਤਾਂ ਪਤਾ ਹੈ ਬੇਟੇ ਆਪਾਂ ਨੂੰ, ਇੰਨਾ ਹੋ ਗਿਆ ਡਿਵਾਈਡਡ ਬਾਈ D, D ਕਿੰਨਾ ਹੈ 1 ਮਿਲੀ, ਮਿਲੀ ਦਾ ਮਤਲਬ ਕਿੰਨਾ ਹੋ ਗਿਆ 10 raised to power -3। ਇਜ਼ ਦੈਟ ਓਕੇ? ਇਹ ਗੱਲ ਕਲੀਅਰ ਹੈ ਸਾਰਿਆਂ ਨੂੰ? ਹੁਣ ਧਿਆਨ ਨਾਲ ਦੇਖੋ ਇਥੋਂ A ਕਿੰਨੇ ਬਰਾਬਰ ਆਏਗਾ, A ਬਰਾਬਰ ਆਊਗਾ ਆ 10 raised to power -3 ਉੱਪਰ ਜਾ ਕੇ +3 ਹੋ ਗਿਆ। ਜੇ +3 ਹੋ ਗਿਆ ਤੇ ਉੱਪਰ ਜਾ ਕੇ 10 raised to power ਕਿੰਨਾ ਬਣ ਗਿਆ ਇਹ ਮਾਈਨਸ ਦਾ 9, ਜਿਹੜਾ ਮਾਈਨਸ ਦਾ 9 ਹੈ ਇਹ 8.5854 ਨੇ, ਇਹਨਾਂ ਦੋਨੋਂ ਨੂੰ ਉਧਰ ਲੈ ਲਿਓ। ਆ ਹੋ ਗਿਆ ਬੇਟੇ, ਇਜ਼ ਦੈਟ ਓਕੇ? -9 ਦਾ ਅਦਰ। ਹੁਣ ਜਿਹੜਾ 1/8.8 ਹੈ ਇਹਨੂੰ ਅਪਰੋਕਸੀਮੇਟਲੀ ਤੁਸੀਂ 1/9 ਲੈ ਲਓ ਐਵੇਂ ਅੰਦਾਜ਼ੇ ਨਾਲ। 1.9 1 ਜੇ 9 ਲਵਾਂਗੇ ਤਾਂ 1/9 ਹੁੰਦਾ 0.111111। ਆ 10 raised to power -9 ਉੱਪਰ ਚਲਾ ਗਿਆ, ਪਲੱਸ ਦਾ 9 ਬਣ ਗਿਆ, ਇਹਨੇ ਕੀ ਹੋ ਗਿਆ ਬੇਟੇ ਮੀਟਰ ਸਕੁਆਇਰ ਹੋ ਗਿਆ। ਹਾਂ ਠੀਕ ਹੈ। ਹੁਣ ਜੇਕਰ ਆਪਾਂ ਇਹਨੂੰ ਸਟੈਂਡਰਡ ਨੋਟੇਸ਼ਨ 'ਚ ਲਿਖਣਾ ਚਾਹੀਏ ਤਾਂ ਆਪਾਂ ਇਹਨੂੰ ਲਿਖਾਂਗੇ 1.1 into 10 raised to power ਕਿੰਨਾ ਹੋ ਜਾਏਗਾ ਇਹ ਜਦੋਂ ਉਧਰ ਸ਼ਿਫਟ ਕਰੇਗਾ ਤੇ ਪਾਵਰ ਘਟਦੀ ਹੁੰਦੀ ਉਹ ਹੋਗੀ ਇੰਨੀ। ਠੀਕ ਹੈ, ਕੀ ਸਿਖਾ ਕੀ ਰਿਹਾ ਤੁਹਾਨੂੰ ਮੈਂ ਉਹ ਦੇਖੋ ਤੁਸੀਂ। ਇਹਦਾ ਮਤਲਬ ਹੈ ਕਿ ਜੇ ਆਪਾਂ 1 ਫੈਰਡ ਦੀ ਕਪੈਸਿਟੈਂਸ ਇੱਕ ਪੈਰਲਲ ਪਲੇਟ ਕਪੈਸਿਟਰ ਤੋਂ ਲੈਣੀ ਹੈ, ਇੱਕ ਪੈਰਲਲ ਪਲੇਟ ਕਪੈਸਿਟਰ ਤੋਂ ਲੈਣੀ ਹੈ ਤਾਂ ਆਪਾਂ ਨੂੰ ਉਹਦਾ ਏਰੀਆ ਰਫਲੀ ਕਿੰਨਾ ਚਾਹੀਦਾ 10 raised to power 8 ਮੀਟਰ ਸਕੁਆਇਰ। ਜੇ ਮੈਂ ਮੰਨ ਲਓ ਇੱਕ ਸਕੁਆਇਰ ਹੀ ਬਣਾਵਾਂ, ਇਹਦਾ ਮਤਲਬ ਪੱਕੀ ਗੱਲ ਹੈ ਕਿ ਇੱਕ ਸਕੁਆਇਰ ਐਵੇਂ ਦਾ ਹੋਣਾ ਚਾਹੀਦਾ ਹੈ ਜਿੰਨੀ ਆਹ ਵਾਲੀ ਸਾਈਡ ਵੀ 10 raised to power 4 ਮੀਟਰ ਹੋਵੇ, ਆ ਵੀ 10 raised to power 4 ਮੀਟਰ ਹੋਵੇ। ਜਦੋਂ ਤੁਸੀਂ 10 raised to power 4 ਨੂੰ 10 raised to power 4 ਨਾਲ ਮਲਟੀਪਲਾਈ ਕਰੋਗੇ ਤਾਂ ਯੂ ਵਿਲ ਗੈਟ 10 raised to power 8 ਮੀਟਰ ਸਕੁਆਇਰ। ਹੁਣ ਕੀ ਖਾਸ ਕਿਵੇਂ ਦੇਖਣਾ ਇਹਨੂੰ ਆਪਾਂ, 10 raised to power 4 ਬਣ ਗਿਆ 10,000 ਮੀਟਰ, 10,000 ਮੀਟਰ ਐਂਡ 10,000 ਮੀਟਰ ਜਿਹੜਾ ਹੁੰਦਾ 10 ਕਿਲੋਮੀਟਰ ਹੁੰਦਾ ਬੇਟੇ। ਇਹਦਾ ਮਤਲਬ ਇਹ ਹੈ ਕਿ ਸਾਨੂੰ ਜਿਹੜੀਆਂ ਮੈਟਲ ਪਲੇਟਸ ਚਾਹੀਦੀਆਂ ਨੇ ਉਹਨਾਂ ਦਾ ਜਿਹੜਾ ਏਰੀਆ ਹੈ ਦੋਹਾਂ ਦਾ ਉਹ 10 ਕਿਲੋਮੀਟਰ ਬਾਈ 10 ਕਿਲੋਮੀਟਰ ਹੋਣਾ ਚਾਹੀਦਾ। ਸੋਚ ਕੇ ਦੇਖੋ ਵੀ 10 ਕਿਲੋਮੀਟਰ ਕਿੰਨਾ ਹੁੰਦਾ, ਕੀ ਇਦਾਂ ਦਾ ਐਡੀ ਮੈਟਲ ਸ਼ੀਟ ਪੋਸੀਬਲ ਹੈ ਕਿ 10 ਕਿਲੋਮੀਟਰ ਬਾਈ 10 ਕਿਲੋਮੀਟਰ ਦੀ? ਨਹੀਂ ਨਾ। ਇਹਦਾ ਮਤਲਬ ਹੈ ਕਿ 1 ਫੈਰਡ ਕਪੈਸਿਟੈਂਸ ਬਹੁਤ ਵੱਡੀ ਹੁੰਦੀ ਹੈ। ਜਿਹੜਾ ਆਪਣਾ ਪਿਛਲਾ ਲੈਕਚਰ ਸੀ ਉਹਦੇ 'ਚ ਆਪਾਂ ਸਫੈਰੀਕਲ ਕੰਡਕਟਰ ਦੇ ਹਿਸਾਬ ਨਾਲ ਸੋਚਿਆ ਸੀਗਾ ਕਿ 1 ਫੈਰਡ ਕਪੈਸਿਟੈਂਸ ਲਿਆਉਣ ਦੇ ਲਈ ਮੋਰ ਦੈਨ 1400 ਅਰਥ ਚਾਹੀਦੀਆਂ ਨੇ। ਹੁਣ ਆਪਾਂ ਇਹ ਗੱਲ ਕੀਤੀ ਕਿ 1 ਫੈਰਡ ਕਪੈਸਿਟੈਂਸ ਲਿਆਉਣ ਦੀ ਜਿਹੜੀ ਪਲੇਟ ਚਾਹੀਦੀ ਹੈ, ਚਾਹੇ ਤੁਸੀਂ ਉਹਨਾਂ ਦੇ ਡਿਸਟੈਂਸ ਬਹੁਤ ਘਟਾ ਦਿਓ, ਉਹ ਵੀ ਬਹੁਤ ਵੱਡੇ ਸਾਈਜ਼ ਦੀ ਚਾਹੀਦੀ ਹੈ। ਠੀਕ ਹੈ, ਸੋ 1 ਫੈਰਡ ਇਜ਼ ਵੈਰੀ ਲਾਰਜ ਯੂਨਿਟ। ਪੱਕਾ ਦਿਮਾਗ ਚਾਹਦੇ ਬਿਠਾ ਲਓ ਪੱਕੀ ਤਰ੍ਹਾਂ। ਠੀਕ ਹੈ, ਅਗਲਾ ਕੁਐਸਚਨ ਦੇਖੋ। ਅਗਲਾ ਕੁਐਸਚਨ ਸਕਰੀਨ ਤੇ ਤੁਹਾਡੇ ਕੋਲ ਹੈ ਬੇਟੇ। ਫਿਰ ਇਸ ਤੋਂ ਬਾਅਦ ਆਪਾਂ ਡੈਮੋਨਸਟ੍ਰੇਸ਼ਨ ਵੱਲ ਚੱਲਦੇ ਹਾਂ। ਠੀਕ ਹੈ, ਤਾਂ ਆਫ ਕੋਰਸ ਮੈਂ ਤੁਹਾਨੂੰ ਤਾਂ ਹੀ ਕਰਵਾ ਰਿਹਾ ਕਿ ਤੁਹਾਨੂੰ ਜ਼ਿਆਦਾ ਵਧੀਆ ਸਮਝ ਆਵੇ। ਤਾਂ ਆਪਣੇ ਕੋਲ ਕੀ ਗਿਵਨ ਹੈ ਕਿ ਇੱਕ ਪੈਰਲਲ ਪਲੇਟ ਕਪੈਸਿਟਰ ਹੈ, ਉਹਦਾ ਜਿਹੜਾ ਪਲੇਟ ਏਰੀਆ ਉਹ ਗਿਵਨ ਹੈ ਕਿੰਨਾ 100 ਸੈਂਟੀਮੀਟਰ ਸਕੁਆਇਰ। ਰਾਈਟ, ਪਲੇਟ ਏਰੀਆ 100 ਸੈਂਟੀਮੀਟਰ ਹੈ ਐਂਡ ਜਿਹੜੀ ਉਹਦੀ ਕਪੈਸਿਟੈਂਸ ਹੈ ਉਹ ਗਿਵਨ ਹੈ ਪੈਰਲਲ ਪਲੇਟ ਕਪੈਸਿਟਰ ਦੀ, ਉਹ ਕਿੰਨੇ ਬਰਾਬਰ ਹੈ? ਉਹ ਹੈਗੀ ਕਪੈਸਿਟੈਂਸ ਆਫ ਅਰਥ। ਤੇ ਅਰਥ ਦੀ ਕਪੈਸਿਟੈਂਸ ਹੁਣੇ ਹੀ ਆਪਾਂ ਲਿਖ ਕੇ ਆਏ ਉਹ ਇੰਨੀ ਹੁੰਦੀ ਹੈ। ਕਪੈਸਿਟੈਂਸ ਗਿਵਨ ਹੈ ਯਾਨੀ ਕਿ ਇੱਕ ਕਪੈਸਿਟਰ ਹੈ ਉਹਦੀ ਕਪੈਸਿਟੈਂਸ ਅਰਥ ਦੀ ਕਪੈਸਿਟੈਂਸ ਦੇ ਬਰਾਬਰ ਹੈ। ਇਹ ਕੀ ਬਣਿਆ ਆਪਾਂ ਨੂੰ? ਠੀਕ ਹੈ, ਹੁਣ ਅਗਲੀ ਗੱਲ ਕਹਿੰਦਾ ਫਿਰ ਦੱਸੋ ਕਿ ਸੈਪਰੇਸ਼ਨ ਕਿੰਨੀ ਹੋਣੀ ਚਾਹੀਦੀ ਪਲੇਟਸ ਵਿੱਚ। ਠੀਕ ਹੈ, ਹੁਣ ਇਹਨੂੰ ਆਪਾਂ ਸੋਲਵ ਕਰਦੇ ਨੇ। ਕਿੱਡਾ ਖਾਸ ਕੋਈ ਏਡੀ ਗੱਲ ਤਾਂ ਹੈ ਨਹੀਂ। ਪਹਿਲੇ ਨੰਬਰ ਤੇ ਸਾਨੂੰ ਪਤਾ ਹੈ ਕਿ C ਬਰਾਬਰ ਹੁੰਦਾ ਹੈ A ਐਪਸਿਲਨ ਨੋਟ ਡਿਵਾਈਡਡ ਬਾਈ D। C ਵੀ ਨੋ 711 into 10 raised to power ਕਿੰਨਾ ਹੋ ਗਿਆ -6 ਮਾਈਕਰੋ ਹੈ ਨਾ ਯਾਰ। ਏਰੀਆ 100 ਸੈਂਟੀ ਹੋ ਜਾਓ ਇਹਦੇ ਤੇ। ਸੈਂਟੀ ਕਿੰਨਾ ਹੋਊਗਾ? ਸੈਂਟੀ ਹੁੰਦਾ 10 raised to power -2 ਮੀਟਰ ਦਾ ਸਕੁਆਇਰ। ਆਹੀ ਬਣੂਗਾ ਨਾ ਸੈਂਟੀ। ਹੁਣ ਇਹ ਕਿੰਨਾ ਬਣ ਗਿਆ 10 raised to power -4 ਤੇ ਆ 100 ਯਾਨੀ ਕਿ ਕਿੰਨਾ ਰਹਿ ਜਾਏਗਾ 10 raised to power -2 ਮੀਟਰ ਸਕੁਆਇਰ। ਆਈ ਹੋਪ ਸਮਝ ਲੱਗ ਗਈ ਹੋਏਗੀ। -4 ਤੇ ਪਲੱਸ ਦਾ 2 ਆ ਬੇਟੇ, 10 raised to power 2 ਹੈ ਨਾ ਤਾਂ -2 ਆ ਗਿਆ। ਇਹਦਾ ਮਤਲਬ ਇਹ ਹੋ ਗਿਆ ਕਿ ਇੱਥੇ ਏਰੀਆ ਭਰਾਂਗੇ 10 raised to power -2। ਇਹ ਗੱਲ ਆਪਦੇ ਦਿਮਾਗ 'ਚ ਬਿਠਾ ਲਓ। ਨੂਮੈਰੀਕਲ ਕਰਨਾ ਬੜਾ ਸੌਖਾ ਕੰਮ ਹੈ, ਬਸ ਇੱਕ ਹੈ ਕਿ ਤੁਹਾਨੂੰ ਯੂਨਿਟ ਜਿਹੜੇ ਨੇ ਉਹਨਾਂ ਨੂੰ ਕੰਟਰੋਲ ਕਰਨਾ ਪਏਗਾ ਆਪਦੇ 'ਚ। ਹੁਣ ਤੁਸੀਂ ਸਾਰਾ ਕੁਝ SI 'ਚ ਕਨਵਰਟ ਕਰਤਾ, ਇਹ ਫੈਰਡ 'ਚ ਲਿਆਂਦਾ ਤਾਂ ਹੀ ਮੈਂ ਪਾਵਰ -6 ਨਾਲ ਪਾ ਲਈ 10 ਦੀ। ਇਹਨੂੰ ਮੀਟਰ ਸਕੁਆਇਰ 'ਚ ਕਨਵਰਟ ਕਰਤਾ। ਹੁਣ D ਦੀ ਗੱਲ ਕਰਦੇ ਆ, ਪਤਾ ਹੀ ਨਹੀਂ D ਕਿੰਨਾ ਹੈ, ਲੇਕਿਨ ਐਪਸਿਲਨ ਨੋਟ ਦੀ ਵੈਲਿਊ ਮੈਨੂੰ ਪਤਾ ਹੈ ਕਿੰਨੀ ਹੁੰਦੀ 8.854 into 10 raised to power ਕਿੰਨਾ -12 ਤੇ D ਭਾਈ ਸਾਹਿਬ ਦਾ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕਿੰਨਾ ਹੈ। ਠੀਕ ਹੈ, ਹੁਣ ਇੱਥੋਂ D ਕਿੰਨੇ ਬਰਾਬਰ ਆਊਗਾ?
d ਬਰਾਬਰ ਆਊਗਾ 8.854 ਨੂਮੈਰਿਕ ਵੈਲਿਊਜ਼ ਵੱਖਰੀਆਂ ਰੱਖ ਲੈਣੇ ਆ 10 ਇਸ ਤੋਂ ਪਰ ਕਿੰਨਾ ਬਣਿਆ -14 ਤੇ ਆ ਜਿਹੜਾ -6 ਸੀ ਇਹ ਨੀਚੇ ਜਾ ਕੇ ਉਧਰ ਜਾ ਕੇ ਪਲੱਸ ਹੋ ਜਾਏਗਾ ਉੱਪਰ ਆ ਲਓ ਤੇ ਨੀਚੇ ਕਿੰਨਾ ਬੇਟੇ ਆ 711 ਠੀਕ ਹੈ ਐਂਡ ਇਹਨੂੰ ਆਪਾਂ ਕਿੰਨਾ ਲਿਖ ਸਕਦੇ ਆ ਇਹ ਹੋ ਗਿਆ 8.854 into 7 ਪੁਆਇੰਟ ਜਿਹਨੂੰ 11 ਲਿਖ ਲਿਆ ਆਪਾਂ ਇਹਨੂੰ ਤਾਂ 7.11 into 10 ਇਸ ਤੋਂ ਬਾਅਦ ਕਿੰਨਾ ਹੋ ਜਾਏਗਾ 2 ਉੱਪਰ ਜਾ ਕੇ ਕੀ ਹੋ ਜਾਏਗਾ ਮਾਈਨਸ ਤਾਂ ਉੱਪਰ ਜਾ ਕੇ ਜਦੋਂ ਮਾਈਨਸ ਹੋਏਗਾ ਮਾਈਨਸ ਦਾ 16 ਤੇ ਪਲੱਸ ਦਾ 6 ਕਿੰਨਾ ਹੋ ਜਾਏਗਾ ਮਾਈਨਸ ਦਾ 10 ਬੇਟਾ ਠੀਕ ਹੈ ਹੁਣ ਇਹਨੂੰ ਕੱਟ ਕੇ ਅਪਰੋਕਸੀਮੇਟਲੀ 1 ਪੁਆਇੰਟ ਸਮਥਿੰਗ ਆਏਗਾ ਹਨਾ ਮੈਂ ਇਹਨੂੰ ਅੰਦਾਜ਼ੇ ਨਾਲ ਲਿਖ ਦੇਣਾ ਕਿ ਇਹ ਆਊਗਾ 1.2 into ਕਿੰਨਾ ਆ ਗਿਆ 10 ਇਸ ਤੋਂ ਬਾਅਦ -10 ਇਹਨੇ ਕੀ ਬੇਟੇ ਮੀਟਰ ਹੁਣ ਪੰਗਾ ਕੀ ਪਿਆ ਅਰਥ ਦੇ ਬਰਾਬਰ ਜੇ ਕਪੈਸਿਟੈਂਸ ਆਪਾਂ ਨੂੰ ਚਾਹੀਦੀ ਹੈ ਜੇਕਰ ਆਪਾਂ ਨੂੰ ਅਰਥ ਦੇ ਬਰਾਬਰ ਕਪੈਸਿਟੈਂਸ ਚਾਹੀਦੀ ਹੈ ਤਾਂ ਕੁਆਇਟ ਓਬਵੀਅਸ ਹੈ ਕਿ ਮੈਨੂੰ ਜੇ ਪੈਰਲਲ ਪਲੇਟ ਕਪੈਸਿਟਰ ਤੋਂ ਚਾਹੀਦੀ ਤਾਂ ਮੈਨੂੰ ਪਲੇਟਸ ਦੀ ਡਿਸਟੈਂਸ ਇੰਨਾ ਕਰਨਾ ਪਏਗਾ ਐਂਡ ਮੈਨੂੰ ਨਹੀਂ ਪਤਾ ਕਿ ਤੁਸੀਂ ਕਿੰਨੇ ਜਣੇ ਇਹਨੂੰ ਇਮੇਜਿਨ ਕਰ ਸਕਦੇ ਹੋ ਬਟ 10 ਇਸ ਤੋਂ ਪਰ -10 ਮੀਟਰ ਜਿਹੜਾ ਹੈ ਨਾ ਜੇ ਮੈਂ ਕੱਲਾ 10 ਇਸ ਤੋਂ ਪਰ -10 ਦੀ ਗੱਲ ਕਰਾਂ ਆ ਵਾਲਾ ਇਹ ਬਹੁਤ ਛੋਟਾ ਡਿਸਟੈਂਸ ਹੈ ਇਹਦਾ ਮਤਲਬ ਇਹ ਹੋ ਗਿਆ ਕਿ 711 ਮਾਈਕਰੋਫੈਰਡ ਕਪੈਸਿਟੈਂਸ ਲਿਆਉਣਾ ਵੀ ਸੌਖਾ ਕੰਮ ਨਹੀਂ ਹੈਗਾ ਪਲੇਟਸ ਨੂੰ ਇੰਨੀ ਨੇੜੇ ਕਰਨਾ ਪਏਗਾ ਹੁਣ ਇੰਨੀ ਨੇੜੇ ਕਰਾਂਗੇ ਤਾਂ ਇੰਨੀਆਂ ਹੋਰ ਵੀ ਬਹੁਤ ਸਾਰੀਆਂ ਕੰਪਲਿਕੇਸ਼ਨਸ ਨੇ ਕਿਹੜੀਆਂ ਕੰਪਲਿਕੇਸ਼ਨਸ ਨੇ ਤੁਹਾਨੂੰ ਪਤਾ ਹੈ ਕਿ ਦੋਨਾਂ ਪਲੇਟਸ ਦੇ ਉੱਤੇ ਜਿਹੜਾ ਚਾਰਜ ਹੈ ਇੱਕ ਤੇ ਪੋਜ਼ਿਟਿਵ ਆਉਂਦਾ ਦੂਜੇ ਤੇ ਨੈਗੇਟਿਵ ਆਉਂਦਾ ਇਹਨਾਂ ਮਤਲਬ ਪੱਕੀ ਗੱਲ ਹੈ ਕਿ ਪਲੇਟਸ ਇੱਕ ਦੂਜੇ ਨੂੰ ਅਟਰੈਕਟ ਕਰਦੀਆਂ ਪਈਆਂ ਨੇ ਤੇ ਜੇ ਤੁਸੀਂ ਬਹੁਤ ਨੇੜੇ ਲੈ ਕੇ ਆਓਗੇ ਤੇ ਡਿਸਟੈਂਸ ਘਟਣ ਨਾਲ ਅਟਰੈਕਸ਼ਨ ਬਹੁਤ ਵਧੇਗੀ ਤੇ ਇਹਨਾਂ ਨੂੰ ਨੇੜੇ ਰੱਖਣਾ ਬਹੁਤ ਔਖਾ ਹੋ ਜਾਏਗਾ ਸਮਝ ਰਹੇ ਹੋ ਗੱਲ ਠੀਕ ਹੈ ਇਹਦਾ ਮਤਲਬ ਇਹ ਹੈ ਕਿ ਸਾਨੂੰ ਕੋਈ ਇਦਾਂ ਦਾ ਹੱਲ ਲੱਭਣਾ ਪਏਗਾ ਕਿ ਨੰਬਰ 1 ਤੇ ਤਾਂ ਡਿਸਟੈਂਸ ਘਟਾਉਣਾ ਪੈ ਰਿਹਾ ਅੱਛਾ ਤੁਹਾਨੂੰ ਇੱਕ ਹੋਰ ਵਧੀਆ ਦੱਸਾਂ ਤੁਹਾਨੂੰ ਮੈਂ ਕੈਮਰੇ 'ਚ ਦਿਖਾਉਣ ਦੀ ਕੋਸ਼ਿਸ਼ ਕਰਦਾ ਨਹੀਂ ਤਾਂ ਤੁਹਾਨੂੰ ਇਹਦੀ ਫੋਟੋ ਦਿਖਾ ਦਾਂਗਾ ਆਹ ਮੇਰੇ ਕੋਲ ਬੇਟਾ ਇੱਕ ਕੈਪੈਸਿਟਰ ਹੈ ਠੀਕ ਹੈ ਐਂਡ ਇਫ ਯੂ ਕੈਨ ਸੀ ਇਹਦੀ ਜਿਹੜੀ ਕੈਪੈਸਿਟੈਂਸ ਹੈ ਨਾ ਉਹ 1000 ਮਾਈਕਰੋਫੈਰਡ ਹੈ 1000 ਮਾਈਕਰੋਫੈਰਡ ਹੁਣ ਤੁਸੀਂ ਸੋਚ ਕੇ ਦੇਖੋ ਵੀ ਅਰਥ ਦੀ ਕੈਪੈਸਿਟੈਂਸ ਨਾਲੋਂ ਇਹਦੀ ਜਿਹੜੀ ਕੈਪੈਸਿਟੈਂਸ ਹੈ ਉਹ ਕੀ ਹੈ ਜ਼ਿਆਦਾ ਹੈ ਕਿਵੇਂ ਕੀਤਾ ਹੋਊਗਾ ਸਾਇੰਟਿਸਟ ਨੇ ਨਾ ਇਹ ਦੇਖੋ ਕਿੰਨੀ ਵਧੀਆ ਗੱਲ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਇੰਨਾ ਡਿਸਟੈਂਸ ਕਰਨਾ ਬਹੁਤ ਔਖਾ ਫਿਰ ਇਹ ਕਿਵੇਂ ਕਰ ਜਾਂਦੇ ਨੇ ਹੁਣ ਇੱਥੇ ਆਪਣੀ ਡਿਸਕਸ਼ਨ ਦਾ ਕੰਮ ਸ਼ੁਰੂ ਹੁੰਦਾ ਸੋ ਡੈਮੋਨਸਟ੍ਰੇਸ਼ਨ ਸ਼ੁਰੂ ਕਰਾਂਗੇ ਸਾਰੇ ਫੈਕਟਰ ਵੈਰੀਫਾਈ ਕਰਾਂਗੇ ਮੈਂ ਇੱਥੇ ਲਿਖ ਰਿਹਾ ਕਿ ਫੈਕਟਰ ਕਿਹੜੇ ਵੈਰੀਫਾਈ ਕਰਨੇ ਕਿ C ਬਰਾਬਰ ਹੁੰਦਾ ਹੈ A ਐਪਸਾਈਲਨ ਨੋਟ ਡਿਵਾਈਡਡ ਬਾਈ D ਜਦੋਂ ਮੀਡੀਅਮ ਵੈਕਿਊਮ ਹੋਵੇ ਤੇ ਜੇ ਮੀਡੀਅਮ ਵੈਕਿਊਮ ਨਾ ਹੋ ਕੇ ਕੋਈ ਹੋਰ ਹੈ ਤਾਂ C ਬਰਾਬਰ K ਟਾਈਮਸ C ਨੋਟ ਹੈ ਯਾਨੀ ਕਿ K ਟਾਈਮਸ A ਐਪਸਾਈਲਨ ਨੋਟ ਡਿਵਾਈਡਡ ਬਾਈ D K ਹਮੇਸ਼ਾ 1 ਤੋਂ ਕੀ ਹੁੰਦਾ ਹੈ ਵੱਡਾ ਹੁੰਦਾ ਹੈ ਠੀਕ ਹੈ ਸੋ ਮੈਂ ਤੁਹਾਨੂੰ ਪਹਿਲਾਂ ਆਪਦੇ ਇਕਵਿਪਮੈਂਟ ਨਾਲ ਦੱਸਦਾ ਕਿ ਮੈਂ ਕਿਵੇਂ ਦੀ ਚੀਜ਼ ਤੁਹਾਡੇ ਵਾਸਤੇ ਬਣਾਈ ਹੈ ਉਹਦੇ ਲਈ ਆਪਾਂ ਕੀ ਕਰਨ ਜਾ ਰਹੇ ਹਾਂ ਬੇਟਾ ਸੋ ਲਿਸਨ ਕੇਅਰਫੁਲੀ ਮੇਰੇ ਕੋਲ ਪੈਰਲਲ ਪਲੇਟ ਕੈਪੈਸਿਟਰ ਬਣਾਉਣ ਵਾਸਤੇ ਆਪਾਂ ਫੇਰ ਘਰਦਿਆਂ ਤੇ ਡਾਕਾ ਮਾਰ ਲਿਆ ਪਲੇਟ ਇੱਕ ਲੈ ਲਈ ਠੀਕ ਹੈ ਪਲੇਟ ਲੈਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਨੂੰ ਇੱਦਾਂ ਰੱਖ ਲਿਆ ਹੁਣ ਇਹਦੇ ਉੱਤੇ ਇੱਕ ਪੈਰਲਲ ਪਲੇਟ ਹੋਰ ਲਾਉਣ ਵਾਸਤੇ ਜਗਾੜ ਬਣਾ ਲਿਆ ਠੀਕ ਹੈ ਇਹ ਇਦਾਂ ਕਰਕੇ ਰਾਈਟ ਹੁਣ ਆਪਾਂ ਕੋਸ਼ਿਸ਼ ਇਹ ਕਰਨੀ ਹੈ ਵੀ ਇਹ ਦੋਨੋਂ ਪਲੇਟਸ ਇੱਕ ਦੂਜੇ ਦੇ ਜੁੜਨ ਨਾਲ ਠੀਕ ਹੈ ਰਾਈਟ ਆਈ ਹੈਵ ਟਰਾਈਡ ਕਿ ਵੀ ਬੜਾ ਵਧੀਆ ਨੇੜੇ ਰਹਿਣ ਅਗਲੀ ਗੱਲ ਆਪਾਂ ਕੀ ਕੀਤੀ ਹੈ ਕਿ ਮੇਰੇ ਕੋਲ ਆਹ ਬੇਟਾ ਦੋ ਵਾਇਰਸ ਨੇ ਇੱਕ ਨੀਚੇ ਵਾਲੀ ਪਲੇਟ ਤੋਂ ਆ ਰਹੀ ਹੈ ਇੱਕ ਉੱਪਰ ਵਾਲੀ ਪਲੇਟ ਤੋਂ ਲੈਟ ਮੀ ਸ਼ੋ ਯੂ ਆ ਪਈਆਂ ਠੀਕ ਹੈ ਇਹਨਾਂ ਦੋਹਾਂ ਦੇ ਜਿਹੜੇ ਆਹ ਦੋ ਐਂਡ ਨੇ ਜਿਹੜੇ ਫ੍ਰੀ ਨੇ ਹੁਣ ਮੈਨੂੰ ਪਤਾ ਹੈ ਕਿ ਇਹ ਇੱਕ ਅਰੇਂਜਮੈਂਟ ਲੱਗ ਗਿਆ ਇਹਨੂੰ ਆਪਾਂ ਨੇੜੇ ਕਰ ਲਈਏ ਯੈਸ ਆਪਦੇ ਵੱਲੋਂ ਜਿੰਨਾ ਕੁ ਨੇੜੇ ਕਰ ਸਕਦਾ ਸੀ ਇਹਨਾਂ ਨੂੰ ਕਰਤਾ ਮੇਰੇ ਕੋਲ ਇੱਕ ਅਰੇਂਜਮੈਂਟ ਆ ਗਿਆ ਪਹਿਲੀ ਗੱਲ ਤਾਂ ਇਹ ਦਿਮਾਗ 'ਚ ਆਪਦੇ ਫੀਡ ਕਰ ਲਓ ਕਿ ਜਿਹੜਾ ਫਾਰਮੂਲਾ ਹੈ ਉਹ ਮੈਨੂੰ ਇਹ ਸਮਝਾਉਂਦਾ ਹੈ ਕਿ ਇਸ ਅਰੇਂਜਮੈਂਟ ਦੀ ਕੈਪੈਸਿਟੈਂਸ ਹੈਗੀ ਹੈ ਕੈਪੈਸਿਟੈਂਸ ਇਸ ਗੱਲ ਤੇ ਬਿਲਕੁਲ ਨਹੀਂ ਡਿਪੈਂਡ ਕਰਦੀ ਕਿ ਕਿੰਨਾ ਚਾਰਜ ਤੇ ਕਿੰਨਾ V ਹੈ Q ਤੇ V ਤੇ ਡਿਪੈਂਡ ਨਹੀਂ ਕਰਦੀ ਉਹ ਕਾਹਦੇ ਤੇ ਡਿਪੈਂਡ ਕਰਦੀ ਹੈ A ਤੇ ਉਹ ਤਾਂ ਫਿਕਸ ਹੈ ਹੁਣ ਜਿਹੜਾ ਦੇਤਾ ਮੈਂ ਤੁਹਾਨੂੰ ਡਿਸਟੈਂਸ ਬਿਟਵੀਨ ਦਾ ਪਲੇਟਸ ਆ ਟਿੰਗੂ ਜਿਹੜਾ ਨੀਚੇ ਬਣਾਇਆ ਫਿਕਸ ਹੈ ਓਕੇ ਜੇ ਆ ਫਿਕਸ ਹੈ ਆ ਤਾਂ ਹੁੰਦਾ ਹੀ ਕਨਸਟੈਂਟ ਹੈ ਜੇ ਵੈਕਿਊਮ ਮੀਡੀਅਮ ਹੋਵੇ ਇਹਦਾ ਮਤਲਬ ਕਿਸੇ ਵੀ ਗਿਵਨ ਕੈਪੈਸਿਟਰ ਦੀ ਕੈਪੈਸਿਟੈਂਸ ਫਿਕਸ ਹੁੰਦੀ ਹੈ ਠੀਕ ਹੈ ਇਰਰਿਸਪੈਕਟਿਵ ਆਫ ਜੇ ਆਪਾਂ ਇਹਨੂੰ ਅਜੇ ਤਾਂ ਉਹ ਦਈਏ ਕੁਝ ਵੀ ਮਤਲਬ ਐਵੇਂ ਜਿਵੇਂ ਪਿਆ ਰਹਿੰਦੀ ਫਿਕਸ ਰਹਿਣੀ ਹੈ ਇਹਨੂੰ ਲਿਖ ਲਓ ਸਾਰੇ ਜਣੇ ਕਿ ਜਿਹੜੀ ਕੈਪੈਸਿਟੈਂਸ ਹੁੰਦੀ ਉਹ ਕਾਹਦੇ ਤੇ ਡਿਪੈਂਡ ਕਰਦੀ ਹੈ ਸਿਰਫ ਡਾਈਮੈਂਸ਼ਨਾਂ ਤੇ
ਡਾਇਮੈਂਸ਼ਨਾਂ ਕਿਹੜੀਆਂ ਜਿਹੜੀਆਂ ਤੁਹਾਡੇ ਸਾਹਮਣੇ ਏਰੀਆ ਡੀ ਇਹਦੇ ਤੇ ਡਿਪੈਂਡ ਕਰਦੀ ਹੈ। ਠੀਕ ਹੈ, ਅਗਲੀ ਚੀਜ਼ ਮੇਰੇ ਕੋਲ ਕੀ ਹੈ ਬੇਟੇ, ਤੁਹਾਨੂੰ ਦਿਖਾ ਦਾਂ ਕਿ ਆਹ ਇੱਕ ਮੇਰੇ ਕੋਲ ਡਿਵਾਈਸ ਹੈ ਐਂਡ ਤੁਸੀਂ ਇਹਨੂੰ ਕੈਮਰੇ 'ਚ ਹੁਣੇ ਦੇਖੋਗੇ ਥੋੜੀ ਦੇਰ ਤੱਕ। ਠੀਕ ਹੈ, ਇਹ ਇੱਕ ਟੈਸਟਿੰਗ ਡਿਵਾਈਸ ਹੈ ਜਿਹੜਾ ਕਿ ਮੈਨੂੰ ਇਹ ਦੱਸ ਦੇਗਾ ਕਿ ਕਿੰਨੀ ਮਾਈਕਰੋਫੈਰਡ ਕਪੈਸਿਟੈਂਸ ਹੈ। ਐਂਡ ਇਹਨੂੰ ਮੈਂ ਆਪਦੇ ਨੇੜੇ ਮੇਰੇ ਕੋਲ ਇੱਕ ਕੈਮਰਾ ਹੈਗਾ, ਇਹਦੇ ਨੀਚੇ ਇਹਨੂੰ ਰੱਖ ਰਿਹਾ। ਠੀਕ ਹੈ, ਇਹ ਤੁਹਾਨੂੰ ਕੈਮਰੇ ਦੇ ਵਿੱਚ ਆਪਣੇ ਆਪ ਦਿਖ ਜਾਣੀ ਬੇਟਾ। ਸੋ ਬੇਟੇ ਜਿਹੜਾ ਤੁਸੀਂ ਆਹ ਦੇਖ ਰਹੇ ਹੋ ਨਾ ਆਹ ਵਾਲਾ, ਇਹ ਇਹਦੇ ਕਨੈਕਟਰਸ ਨੇ। ਇੱਥੇ ਆਪਾਂ ਇਹਨਾਂ ਦੋਨਾਂ ਤਾਰਾਂ ਨੂੰ ਪਾਉਣਾ ਹੈ, ਇੱਕ ਪਲੇਟ, ਦੋਨੋਂ ਇੱਕ ਇੱਕ ਪਲੇਟ ਤੋਂ ਆ ਰਹੀਆਂ। ਠੀਕ ਹੈ, ਆਹ ਇਹਦਾ ਡਿਸਪਲੇ ਹੈ ਜਿਹਦੇ ਤੇ ਆਪਾਂ ਨੂੰ ਰੀਡਿੰਗ ਮਿਲਣੀ ਹੈ। ਫਿਲਹਾਲ ਇਹਦੇ ਤੇ ਕੀ ਰੀਡਿੰਗ ਆਉਂਦੀ ਦੇਖੋ, ਜਦੋਂ ਆਪਾਂ ਕੁਝ ਨਹੀਂ ਲਾਇਆ ਹੋਇਆ। ਇਹ ਕਹਿੰਦਾ ਕਿ ਮਤਲਬ ਈਦਰ ਨੋ ਡਿਵਾਈਸ ਔਰ ਅਨਨੋਨ ਡਿਵਾਈਸ ਹੈ ਜਾਂ ਡੈਮੇਜਡ ਪਾਰਟ ਹੈ ਕੋਈ, ਕਿਉਂਕਿ ਕੁਝ ਲਾਇਆ ਨਹੀਂ ਹੋਇਆ। ਹੁਣ ਮੈਂ ਕੀ ਕਰਦਾ ਕਿ ਆਹ ਇਹਨਾਂ ਦੋਨਾਂ ਤਾਰਾਂ ਨੂੰ ਆਪਾਂ ਇੱਥੇ ਲਾਇਆ। ਆਈ ਹੋਪ ਕਿ ਤੁਸੀਂ ਦੇਖ ਪਾ ਰਹੇ ਹੋਗੇ। ਠੀਕ ਹੈ, ਲੱਗ ਗਈਆਂ। ਆਹ ਲੀਵਰ ਹੈ, ਲੀਵਰ ਨੂੰ ਪ੍ਰੈਸ ਕੀਤਾ, ਇਹਨੂੰ ਤਾਰਾਂ ਨੂੰ ਕੱਸਿਆ ਗਿਆ ਬੇਟਾ। ਇਹ ਜਦੋਂ ਕੱਸਿਆ ਗਿਆ ਹੁਣ ਮੈਂ ਇਹਨੂੰ ਰੀਸੈਟ ਕਰਕੇ ਦੁਬਾਰਾ ਚਲਾਉਣਾ। ਜਿਹੜੀਆਂ ਆਪਾਂ ਪਲੇਟਾਂ ਲਾਈਆਂ ਹੋਈਆਂ ਇਹਨੂੰ ਆਪਣੇ ਆਪ ਹੀ ਇਹ ਦੱਸ ਰਿਹਾ ਕਿ ਵੀ ਇਹ ਇੱਕ ਕਪੈਸਿਟਰ ਹੈ ਭਾਈ। ਐਂਡ ਕਿੰਨੀ ਕਪੈਸਿਟੈਂਸ ਆ ਰਹੀ ਉਹਨੂੰ ਨੋਟ ਕਰ ਲਓ ਸਾਰੇ ਜਣੇ। ਦੇਖੋ ਕਿੱਡੀ ਵਧੀਆ ਚੀਜ਼ ਹੈ ਇਹ, ਕਿ 68 ਪੀਕੋ ਫੈਰਡ ਹੈ। ਠੀਕ ਹੈ, ਪੀਕੋ ਕਿੰਨਾ ਹੁੰਦਾ ਪਤਾ ਤੁਹਾਨੂੰ? ਪੀਕੋ ਹੁੰਦਾ 10⁻⁻12 ਫੈਰਡ। ਹੁਣ ਇਸ ਵਕਤ ਜਿਹੜਾ ਏਰੀਆ ਹੈ ਉਹ ਇੱਕ ਦੂਜੇ ਨੂੰ ਟੱਕਿਆ ਹੋਇਆ ਹੈ। ਤਾਂ ਮੈਂ ਪਹਿਲਾ ਪੈਰਾਮੀਟਰ ਕੀ ਕਰਨ ਲੱਗਾ ਕਿ ਮੈਨੂੰ ਪਤਾ ਹੈ ਕਿ ਕਪੈਸਿਟੈਂਸ A ਦੇ ਡਾਇਰੈਕਟਲੀ ਪ੍ਰੋਪੋਰਸ਼ਨਲ, ਯਾਨੀ ਕਿ ਜੇ A ਘਟੇਗਾ ਤਾਂ ਪੱਕੀ ਗੱਲ ਹੈ ਕਪੈਸਿਟੈਂਸ ਨੂੰ ਵੀ ਘਟ ਜਾਣਾ ਚਾਹੀਦਾ। ਹੁਣ ਆਪਾਂ ਏਰੀਏ ਨੂੰ ਕਿਵੇਂ ਘਟਾਈਏ ਬੇਟੇ? ਠੀਕ ਹੈ, ਉਹਨੂੰ ਦੇਖੋ ਕਿਵੇਂ ਕਰ ਰਿਹਾ ਮੈਂ। ਇਹ ਆ ਤੁਸੀਂ ਦੇਖ ਰਹੇ ਹੋ, ਮੈਂ ਇਹਨੂੰ ਨਾ ਇਦਾਂ ਦੀ ਬਜਾਏ ਇੱਥੇ ਮੂਵ ਕਰ ਦੇਣਾ ਹੈ ਕਰਕੇ। ਹੁਣ ਦੇਖੋ ਕਿ ਫਿਰ ਇਹਦੇ ਨਾਲ ਕੀ ਫਰਕ ਪਏਗਾ, ਸੋਚੋ ਕੀ ਫਰਕ ਪਿਆ। ਜਿਹੜੀਆਂ ਪਲੇਟਸ ਦੇ ਵਿਚਕਾਰ ਆਪਸ 'ਚ ਏਰੀਆ ਨੀਚੇ ਇਹਨਾਂ ਦੋਨਾਂ ਦੇ ਇਫੈਕਟਿਵਲੀ ਉਹ ਘਟ ਗਿਆ। ਹੁਣ ਜੇ ਏਰੀਆ ਘਟ ਗਿਆ ਤੇ ਕਪੈਸਿਟੈਂਸ ਨੂੰ ਕੀ ਪੈਣਾ ਚਾਹੀਦਾ ਫਰਕ? ਉਹ ਵੀ ਘਟਣੀ ਚਾਹੀਦੀ ਹੈ। ਸੋ ਆਓ ਚੈੱਕ ਕਰੋ। ਸੋ ਇਸ ਵਕਤ ਵੇਖੋ ਉਹੀ ਦੋ ਤਾਰਾਂ ਲੱਗੀਆਂ ਹੋਈਆਂ, ਮੀਟਰ ਇਸ ਵਕਤ ਬੰਦ ਹੈ। ਮੈਂ ਇਹਨੂੰ ਔਨ ਕਰਦਾ। ਭਾਈ ਸਾਹਿਬ ਦੱਸਿਓ ਕੀ ਲੱਗਾ ਹੋਇਆ ਤੁਹਾਡੇ ਕੋਲ? ਕਹਿੰਦਾ ਕਪੈਸਿਟਰ ਲੱਗਿਆ। ਕਪੈਸਿਟੈਂਸ ਨੋਟ ਕਰਿਓ ਜਰਾ, ਹੈ ਨਾ ਸਵਾਦ ਵਾਲੀ ਗੱਲ। ਹੁਣ ਜੇ ਮੈਂ ਏਰੀਆ ਨੂੰ ਘਟਾਈ ਚੱਲਾਂ ਤਾਂ ਪੱਕੀ ਗੱਲ ਹੈ ਕਿ ਜਿਹੜੀ ਕਪੈਸਿਟੈਂਸ ਉਹ ਵੀ ਕੀ ਕਰੀ ਚੱਲੇਗੀ? ਪੱਕੀ ਗੱਲ ਹੈ ਘਟਦੀ ਜਾਏਗੀ, ਹੈ ਨਾ। ਸੋ ਮੈਂ ਇੱਕ ਵਾਰੀ ਫਿਰ ਇਹਨੂੰ ਦੂਰ ਲੈ ਗਿਆ ਹੋਇਆ, ਫਿਰ ਰੀਸੈਟ ਮਾਰਦਾ। ਦੱਸੀ ਭਾਈ ਕਿੰਨੀ ਕਪੈਸਿਟੈਂਸ ਹੈ? ਲੋ ਜੀ, ਹੋਰ ਘਟ ਗਈ, 45 ਪੀਕੋ ਫੈਰਡ ਰਹਿ ਗਈ। ਸੋ ਇਹਦਾ ਮਤਲਬ ਇਹ ਹੈ ਕਿ ਏਰੀਏ ਦੇ ਜਿਹੜੀ ਕਪੈਸਿਟੈਂਸ ਹੁੰਦੀ ਉਹ ਕੀ ਹੁੰਦੀ ਹੈ? ਡਾਇਰੈਕਟਲੀ ਪ੍ਰੋਪੋਰਸ਼ਨਲ। ਠੀਕ ਹੈ, ਓਕੇ, ਕਲੀਅਰ ਹੋ ਗਈ ਗੱਲ। ਹੁਣ ਅਗਲਾ ਪੈਰਾਮੀਟਰ ਬੇਟੇ ਆਉਂਦਾ ਹੈ ਡਿਸਟੈਂਸ ਨਾਲ ਕੀ ਫਰਕ ਪੈਂਦਾ। ਠੀਕ ਹੈ, ਸੋ ਮੈਂ ਇੱਕ ਕੰਮ ਕਰਦਾ, ਡਿਸਟੈਂਸ ਨੂੰ ਚੇਂਜ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਆਪਣੇ ਕੋਲ ਹੁਣ ਪੈਰਾਮੀਟਰ ਕੀ ਹੈ ਪਹਿਲਾਂ ਮੈਂ ਇੱਥੇ ਨੋਟ ਕਰਨਾ ਜਿੰਨੀ ਕਪੈਸਿਟੈਂਸ ਹੈ। ਸੋ ਤੁਸੀਂ ਇਹ ਵਾਲੀ ਰੀਡਿੰਗ ਨੂੰ ਆਪਣਾ ਬੇਸ ਬਣਾ ਲਿਓ, ਉਹੀ 6870 ਪੀਕੋ ਫੈਰਡ ਹੀ ਆਉਂਦੀ ਹੈ। ਠੀਕ ਹੈ, ਹੁਣ ਆਪਾਂ ਡਿਸਟੈਂਸ ਨੂੰ ਚੇਂਜ ਕਰਨਾ। ਡਿਸਟੈਂਸ ਨੂੰ ਕੀ ਕਰੀਏ, ਪਹਿਲਾਂ ਥੋੜਾ ਜਿਹਾ ਘਟਾ ਕੇ ਦੇਖੀਏ, ਜੇ ਘਟਾ ਪਾਇਆ ਤਾਂ ਮੈਂ ਬਹੁਤ ਥੋੜਾ ਦੇਖਦਾ ਬੇਟੇ, ਟਰਾਈ ਮਾਰ ਕੇ ਦੇਖਦੇ ਹਾਂ, ਥੋੜਾ ਜਿਹਾ ਘਟਾ ਕੇ ਦੇਖਦੇ ਹਾਂ। ਸੋ ਮੈਂ ਥੋੜਾ ਬੇਟੇ ਇਹਨੂੰ ਪਕੜ ਕੇ ਵੀ ਰੱਖਦਾ ਸੋ ਦੈਟ ਕਿ ਇਹਨਾਂ ਦਾ ਡਿਸਟੈਂਸ ਘੱਟ ਰਹੇ, ਨਹੀਂ ਤਾਂ ਇੱਕ ਪਾਸੋਂ ਟੇਢੀ ਹੋਣ ਕਰਕੇ ਨਾ ਇਹ ਉਹ ਕਰਦੀ ਹੈ, ਨਾਲ ਚਿਪਕਦੀਆਂ ਨੇ। ਠੀਕ ਹੈ, ਸੋ ਦੇਖਦੇ ਹਾਂ ਰੀਡਿੰਗ ਤੁਹਾਡੇ ਕੋਲ ਆ ਰਹੀ ਹੈ। ਵੇਖੋ ਤੁਸੀਂ ਧਿਆਨ ਨਾਲ, ਆਹਾ 208 ਪੀਕੋ ਫੈਰਡ। ਕਿਉਂ? ਕਿਉਂਕਿ ਡਿਸਟੈਂਸ ਜਦੋਂ ਘਟਦਾ ਹੈ ਤਾਂ ਫਿਰ ਕਪੈਸਿਟੈਂਸ ਕੀ ਕਰਦੀ ਹੈ? ਵੱਧ ਜਾਂਦੀ ਹੈ। ਐਂਡ ਅੰਦਾਜ਼ਾ ਲਾਓ ਰਫਲੀ ਮੈਂ ਜਿਹੜਾ ਡਿਸਟੈਂਸ ਹੈ ਉਹਨੂੰ 1/3 ਕਰਦਾ, ਕਿਉਂਕਿ ਕਪੈਸਿਟੈਂਸ ਰਫਲੀ 3 ਟਾਈਮਸ ਹੋ ਗਈ ਹੈ। ਨਹੀਂ ਸਮਝ ਆਈ? ਧਿਆਨ ਨਾਲ ਨੋਟ ਕਰੋ। ਇੱਕ ਮਿੰਟ ਮੈਂ ਇਹਨੂੰ ਅਲੱਗ ਕਰਦਾ। ਧਿਆਨ ਨਾਲ ਇਹ ਗੱਲ ਸੋਚੋ ਕਿ ਜਦੋਂ ਡਿਸਟੈਂਸ 1/3 ਹੋ ਗਿਆ, ਜਿੰਨਾ ਸੀਗਾ ਉਦੋਂ 1/3 ਹੋ ਗਿਆ, ਜਿਹੜਾ ਨੀਚੇ ਵਾਲਾ 3 ਹੋਏਗਾ ਉੱਪਰ ਜਾਏਗਾ, ਤਾਂ ਕਪੈਸਿਟੈਂਸ ਰਫਲੀ 3 ਟਾਈਮਸ ਜ਼ਿਆਦਾ ਆਏਗੀ। ਇਸ ਕਰਕੇ ਪਹਿਲਾਂ 70 ਆ ਰਹੀ ਸੀ, ਹੁਣ 208 ਯਾਨੀ ਕਿ ਅਪਰੋਕਸੀਮੇਟਲੀ 210 ਲਾ ਲਓ ਜਿੰਨੀ ਵੀ। ਸੋ ਇਹਦਾ ਮਤਲਬ ਹੈ ਕਿ ਮੈਂ ਡਿਸਟੈਂਸ ਕਿੰਨਾ ਘਟਾਉਣ ਦੇ ਕਾਮਯਾਬ ਰਿਹਾ? ਲਗਭਗ ਮਤਲਬ 1/3 ਕਰਨ ਦੇ ਕਾਮਯਾਬ ਰਿਹਾ। ਹੁਣ ਡਿਸਟੈਂਸ ਵਧਾ ਕੇ ਦੇਖ ਲੈਂਦੇ ਹੋ ਤਾਂ ਸੌਖਾ ਕੰਮ ਹੈ ਬੇਟੇ। ਇਹਦਾ ਮੈਂ ਪੰਗਾ ਪਾ ਲਿਆ ਸੀ ਆਪਦੇ ਲਈ। ਠੀਕ ਹੈ, ਮੈਂ ਖਾਸਾ ਡਿਸਟੈਂਸ ਕਰਤਾ। ਲੋ ਹੁਣ ਚੈੱਕ ਕਰੀਏ, ਆउटपुट ਤੁਹਾਨੂੰ ਦਿਖ ਹੀ ਰਹੀ ਹੈ।
ਲੋ ਜੀ ਕੈਪੈਸਿਟਰ ਹੈ ਐਂਡ ਕਿਉਂਕਿ ਤੁਸੀਂ ਡਿਸਟੈਂਸ ਵਧਾਤਾ ਹੈ ਤਾਂ ਇਹਦਾ ਮਤਲਬ ਕੈਪੈਸਿਟੈਂਸ ਪੱਕਾ ਕੀ ਕਰ ਗਈ ਹੈ, ਘਟ ਗਈ। ਕਿੰਨੀ ਰਹਿ ਗਈ ਹੈ? ਸਿਰਫ 26 ਪਿਕੋਫੈਰਡ। ਸੋ ਆਈ ਹੋਪ ਕਿ ਤੁਹਾਨੂੰ ਇਹ ਵਾਲੀ ਗੱਲ ਕਲੀਅਰ ਹੈ ਬੇਟੇ ਸਾਰਿਆਂ ਨੂੰ, ਠੀਕ ਹੈ। ਹੁਣ ਅਗਲੀ ਗੱਲ ਆਉਂਦੀ ਹੈ ਕਿ ਜੇਕਰ ਮੈਂ ਇਹਨਾਂ ਦੇ ਵਿਚਲਾ ਮੀਡੀਅਮ ਬਦਲਦਾ ਤਾਂ ਕੀ ਫਰਕ ਪਏਗਾ। ਸੋ ਮੈਨੂੰ ਇੱਕ ਮੀਡੀਅਮ ਲਿਆਉਣ ਦਿਓ, ਤੁਹਾਨੂੰ ਮੀਡੀਅਮ ਪਾ ਕੇ ਦਿਖਾਵਾਂ ਵਿੱਚ ਕਿ ਮੀਡੀਅਮ ਨਾਲ ਕੈਪੈਸਿਟੈਂਸ ਨੂੰ ਕੀ ਫਰਕ ਪੈਂਦਾ ਹੈ। ਸੋ ਮੀਡੀਅਮ ਲਈ ਤੁਹਾਡੇ ਵਾਸਤੇ ਕੀ ਲੈ ਲਿਆ ਬੇਟਾ ਆਪਾਂ, ਆਹ ਅਕ੍ਰਾਈਲਿਕ ਸ਼ੀਟ ਲੈ ਲਈ ਪੇਪਰ ਬੋਰਡ ਵਾਲੀ, ਠੀਕ ਹੈ। ਤੁਸੀਂ ਅਕ੍ਰਾਈਲਿਕ ਸ਼ੀਟ ਬਾਰੇ ਆਪਣੇ ਆਪ ਪੜ੍ਹ ਲੈਣਾ ਐਂਡ ਮੇਰੇ ਇਸ ਐਕਸਪੈਰੀਮੈਂਟ ਦੀਆਂ ਥੋੜੀਆਂ ਡਰਾਬੈਕਸ ਨੇ। ਜਿਹੜਾ ਇਹ ਵਾਲਾ ਫਾਰਮੂਲਾ ਲਿਖਿਆ ਇਹ ਐ ਲਿਖਿਆ ਕਿ ਕਿਸੇ ਕੈਪੈਸਿਟਰ ਦੀਆਂ ਪਲੇਟਸ ਦੇ ਵਿਚਕਾਰ ਸਾਰੇ ਦਾ ਸਾਰਾ ਮੀਡੀਅਮ ਭਰਤਾ ਟੋਟਲ ਸਾਰਾ, ਫਿਰ ਕੈਪੈਸਿਟੈਂਸ k ਟਾਈਮਸ ਹੋ ਜਾਂਦੀ ਹੈ। ਬਟ ਮੈਂ ਸਾਰਾ ਨਹੀਂ ਭਰ ਪਾਵਾਂਗਾ, ਠੀਕ ਹੈ ਨਾ, ਕਿਉਂਕਿ ਮੇਰੇ ਕੋਲ ਸੋਲਿਡ ਐਂਡ ਮੇਰੇ ਲਈ ਇਹ ਬਹੁਤ ਔਖਾ ਹੈ ਇਹਨਾਂ ਨੂੰ ਉਨੇ ਡਿਸਟੈਂਸ ਤੇ ਕਰਨਾ ਜਿੰਨੀ ਇਹਦੀ ਥਿਕਨੈਸ ਹੈ, ਠੀਕ ਹੈ ਨਾ। ਹੀ ਮੈਂ ਕਰ ਰਿਹਾ, ਮੈਂ ਤੁਹਾਡੇ ਨਾਲ ਕੁਆਲੀਟੇਟਿਵਲੀ ਗੱਲ ਕਰ ਰਿਹਾ। ਤਾਂ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇਹ ਦੇਖੀਏ ਕਿ ਬਿਨਾ ਮੀਡੀਅਮ ਪਾਏ ਕੈਪੈਸਿਟੈਂਸ ਕਿੰਨੀ ਹੈ। ਤਾਂ ਤੁਸੀਂ ਦੇਖ ਸਕਦੇ ਹੋ, ਇਹਨੂੰ ਔਨ ਕਰ ਰਹੇ ਹਾਂ ਤਾਂ ਰੀਡਿੰਗ ਦੇਖ ਲਓ ਸਾਰੇ ਜਣੇ। ਪਹਿਲਾਂ ਕਹੇਗਾ ਕੈਪੈਸਿਟਰ ਹੈ ਜੀ ਕਿੰਨਾ ਜੀ 68 ਪਿਕੋਫੈਰਡ ਹੈ। ਅਸੀਂ ਕਿਹਾ ਓਕੇ ਠੀਕ ਹੈ। ਜੇ ਮੀਡੀਅਮ ਪਾਵਾਂਗੇ ਫਿਰ ਕੀ ਕਰੇਗਾ, ਕਹਿੰਦਾ ਪਾ ਦਿਓ। ਫਿਰ ਡੈਮੋਨਸਟ੍ਰੇਸ਼ਨ ਦਾ ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਗੱਲ ਕਹੀ ਸੀ ਨਾ, ਪੜਾਉਣਾ ਤੁਹਾਨੂੰ ਹੈ, ਝੂਟੇ ਮੈਨੂੰ ਮਿਲਦੇ ਨੇ, ਬਸ ਇੰਨੀ ਗੱਲ ਯਾਦ ਰੱਖਣਾ। ਜਦੋਂ ਇੱਥੇ ਆਪਾਂ ਦੇਖਦੇ ਹਾਂ ਨਾ ਰਿਜ਼ਲਟਸ ਨੂੰ ਸਹੀ ਆਉਂਦੇ ਹੋਏ ਤਾਂ ਸਵਾਦ ਦਾ ਠਿਕਾਣਾ ਨਹੀਂ ਰਹਿੰਦਾ ਬੇਟੇ। ਸੋ ਮੈਂ ਪਿਆਰ ਨਾਲ ਪੋਲਾ ਜਿਹਾ ਪਿੱਛੇ ਨੂੰ ਇਨਸਰਟ ਕੀਤਾ, ਕਰਨ ਤੋਂ ਬਾਅਦ ਇੱਧਰ ਆਏ, ਰੀਸੈਟ ਮਾਰਿਆ ਐਂਡ ਚੈੱਕ ਕਰੋ। ਉਹ ਰੀਡਿੰਗ ਦੇਖੋ, ਹੁਣ ਤਾਂ ਆਪਾਂ ਡਿਸਟੈਂਸ ਵੀ ਨਹੀਂ ਬਦਲਿਆ, ਏਰੀਆ ਵੀ ਨਹੀਂ ਬਦਲਿਆ, ਬਦਲਿਆ ਕੀ ਹੈ ਮੀਡੀਅਮ। ਇਹਨਾਂ ਮਤਲਬ ਜਿਹੜੀ ਕੈਪੈਸਿਟੈਂਸ ਉਹ ਕਿਹਦੇ ਤੇ ਡਿਪੈਂਡ ਕਰਦੀ ਹੈ, ਮੀਡੀਅਮ ਤੇ ਵੀ ਡਿਪੈਂਡ ਕਰਦੀਆਂ ਨੇ। ਮੀਡੀਅਮ ਜਿਹੜਾ ਵੀ ਤੁਸੀਂ 에ਅਰ ਤੋਂ ਇਲਾਵਾ ਕੋਈ ਵੀ ਹੋਰ ਪਾਓਗੇ, ਵੈਕਿਊਮ ਜਾਂ 에ਅਰ ਤੋਂ ਇਲਾਵਾ ਕੋਈ ਵੀ ਪਾਓਗੇ, ਕੈਪੈਸਿਟੈਂਸ ਨੇ ਕੀ ਕਰਨਾ ਹੈ, ਵਧਣਾ ਹੀ ਵਧਣਾ ਬੇਟੇ, ਠੀਕ ਹੈ। ਹੁਣ ਦੇਖੋ ਕਰਵਾ ਦਿੱਤਾ ਪੁੱਤ, ਮੇਰਾ ਕਰਵਾਇਆ, ਤੁਹਾਨੂੰ ਇਹ ਵਾਲਾ ਯਾਦ ਰਹੇ ਓਕੇ ਹੈ। ਬਟ ਮੇਰੀ ਇੱਕੋ ਇੱਕ ਕੰਡੀਸ਼ਨ ਇਹ ਹੈ, ਇਹ ਸਾਰੀ ਮਿਹਨਤ ਆਪਾਂ ਤਾਂ ਕਰਦੇ ਹਾਂ ਤਾਂ ਕਿ ਤੁਸੀਂ ਲਿਖ ਕੇ ਪ੍ਰੈਕਟਿਸ ਕਰਨੀ ਸ਼ੁਰੂ ਕਰੋ। ਤੁਹਾਡੇ 'ਚ ਬਹੁਤ ਸਾਰੇ ਬੱਚੇ, ਮੈਨੂੰ ਨਹੀਂ ਪਤਾ ਕਿ ਆਉਣ ਵਾਲੇ ਟਾਈਮ 'ਚ ਮੈਂ ਕਿੱਦਾਂ ਕਰਾਂਗਾ, ਆਈ ਡੋਂਟ ਨੋ ਦਿਸ। ਮੈਂ ਇਹਨੂੰ ਇੱਕ ਵਾਰ ਪਾਸੇ ਰੱਖਦਾ। ਬਟ ਮੈਂ ਇੱਕ ਗੱਲ ਤੁਹਾਨੂੰ ਬਿਲਕੁਲ ਅੱਜ ਵੀ ਸ਼ੋਰਲੀ ਕਹਿਦਾ, ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਹਦੇ ਵਿੱਚ ਨੋਟਸ ਪਾ ਦਿਆਂ, ਕਿਉਂਕਿ ਤੁਸੀਂ ਬਹੁਤ ਸਾਰੇ ਬੱਚੇ ਮੰਗਦੇ ਰਹਿੰਦੇ ਹੋ। ਬਟ ਮੈਂ ਇੱਕ ਗੱਲ ਤੁਹਾਨੂੰ ਧਿਆਨ 'ਚ ਦੱਸਦਾ ਕਿ ਜੇ ਨੋਟਸ ਏਡੇ ਵਧੀਆ ਹੁੰਦੇ ਨਾ ਬੇਟਾ, ਤਾਂ ਫਿਰ ਬਸ ਮਤਲਬ ਐ ਲੋ ਕਿਤਾਬਾਂ ਲਿਖਣ ਦੀ ਲੋੜ ਨਹੀਂ ਸੀ ਆਪਾਂ ਨੂੰ। ਇਹ ਜਿਹੜਾ ਨੋਟਸ ਦੀ ਆਦਤ ਪਾ ਦਿੱਤੀ ਗਈ ਹੈ ਨਾ ਆਪਾਂ ਨੂੰ, ਇਹ ਕੋਈ ਵਧੀਆ ਆਦਤ ਨਹੀਂ ਹੈਗੀ। ਸਭ ਤੋਂ ਵਧੀਆ ਆਦਤ ਹੈ ਬੁੱਕ ਨੂੰ ਪੜ੍ਹਨਾ, ਠੀਕ ਹੈ। ਹੁਣ ਜਿਹੜਾ ਬੰਦਾ ਬੁੱਕ ਪੜ੍ਹਦਾ ਹੈ, ਬੁੱਕ ਦੇ ਵਿੱਚ ਇੱਕ ਸਟੋਰੀ ਟਾਈਪ ਸਾਰਾ ਕੁਝ ਚੱਲਦਾ, ਤੁਹਾਨੂੰ ਗੱਲਾਂ ਸਮਝ ਆਉਣ ਲੱਗਦੀਆਂ ਨੇ। ਨੋਟਸ ਹਮੇਸ਼ਾ ਸ਼ਾਰਟਕਟ ਟਾਈਪ ਹੁੰਦੇ ਨੇ, ਠੀਕ ਹੈ, ਉਹਦੇ 'ਚ ਕੋਈ ਸਵਾਦ ਨਹੀਂ ਗਾ, ਉਹਦੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਤੁਹਾਡੇ ਲਈ ਵਧੀਆ ਹੋ ਸਕਦੇ ਨੇ। ਬਟ ਜੇ ਆਪਾਂ ਇਹ ਵਾਲਾ ਸਬਜੈਕਟ ਰੱਖਿਆ ਹੈ ਤਾਂ ਫਿਰ ਆਪਾਂ ਨੂੰ ਇਹਨੂੰ ਪੂਰੀ ਡੈਡੀਕੇਸ਼ਨ ਨਾਲ ਕਰਨਾ ਚਾਹੀਦਾ ਤੇ ਬੁੱਕਸ ਤੋਂ ਪੜ੍ਹਨਾ ਚਾਹੀਦਾ। ਬਸ ਜਿਹੜੀ ਮਰਜ਼ੀ ਇੱਕ ਬੁੱਕ ਕੰਪਲੀਟ ਕਰੋ ਤੁਸੀਂ। ਕਈ ਬੱਚੇ ਮੇਰੇ ਕੋਲ ਇਹ ਪੁੱਛਦੇ ਰਹਿੰਦੇ ਨੇ ਕਿ ਸਰ ਕਿਹੜੀ ਬੁੱਕ ਲਈਏ, ਕਿਹੜੀ ਬੁੱਕ ਲਈਏ। ਦੇਖੋ NCERT ਬਹੁਤ ਅੱਛੀ ਬੁੱਕ ਹੈ। NCERT ਦੀ ਬੁੱਕ ਜੇ ਤੁਸੀਂ ਪੜ੍ਹ ਪਾਓ ਤਾਂ ਓਕੇ ਹੈ। HC ਵਰਮਾ ਬਹੁਤ ਅੱਛੀ ਬੁੱਕ ਹੈ, ਪੜ੍ਹੋ ਤੁਸੀਂ ਉਹਨੂੰ। ਰੈਸਲਿਕ ਹੈਲੀਡੇ ਹੈ, ਬਹੁਤ ਅੱਛੀ ਬੁੱਕ ਹੈ। ਅਸੀਂ ਉਹਨੂੰ ਬਾਈਬਲ ਆਫ ਫਿਜ਼ਿਕਸ ਵੀ ਕਹਿੰਦੇ ਹਾਂ, ਬਹੁਤ ਵਧੀਆ ਬੁੱਕ ਮੰਨੀ ਜਾਂਦੀ ਹੈ। ਐਂਡ ਜੇ ਇਹਨਾਂ 'ਚ ਕੋਈ ਵੀ ਨਹੀਂ ਹੈਗੀ ਤਾਂ ਤੁਸੀਂ ਕੋਈ ਵੀ ਹੋਰ ਜਿਹੜੀਆਂ ਲੋਕਲ ਪਬਲਿਸ਼ਰ ਦੀ ਕੋਈ ਵੀ ਬੁੱਕ ਜਿਹੜੀ ਕਾਫੀ ਚੱਲਦੀ ਹੋਵੇ ਉਹ ਲੈ ਸਕਦੇ ਹੋ। ਪ੍ਰੈਕਟਿਸ ਹੀ ਕਰਨੀ ਹੈ ਨਾ ਬੇਟੇ, ਬਟ ਬੁੱਕ ਤੋਂ ਪ੍ਰੈਕਟਿਸ ਕਰੋ। ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਤਾਂ ਫਿਰ ਤੁਹਾਨੂੰ ਨਜ਼ਾਰਾ ਜ਼ਿਆਦਾ ਆਏਗਾ ਇਹਨਾਂ ਗੱਲਾਂ ਦਾ, ਠੀਕ ਹੈ। ਅਦਰਵਾਈਜ਼ ਇਹ ਸਿਰਫ ਫਾਰਮੂਲੇ ਨੇ ਬੇਟੇ। ਇਹ ਤੁਹਾਡੇ ਨਾਲ ਗੱਲ ਕਰਦਾ ਸੀ, ਇਹਨੇ ਕਦੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਸੀ। ਪਰ ਅੱਜ ਤੋਂ ਬਾਅਦ ਇੱਕ ਗੱਲ ਪੱਕੀ ਕਿ ਜਿੰਨੇ ਸੁਣ ਲਿਆ ਉਹਨਾਂ ਨੇ ਗੱਲਾਂ ਕਰਨੀਆਂ। ਉਹਨੂੰ ਵੇਖ ਕੇ ਪਛਾਣ ਆਈ ਯਾਰ ਆਹ ਮੈਂ ਦੇਖਿਆ ਹੋਇਆ, ਆ ਵੀ ਮੈਂ ਦੇਖਿਆ ਹੋਇਆ, ਉਹ ਭਾਈ ਤੇਰਾ ਵੀ ਰੋਲ ਮੈਂ ਦੇਖਿਆ ਹੋਇਆ। ਮੀਡੀਅਮ ਸਭ ਯਾਦ ਰਹੇਗਾ। ਸੋ ਇਹ ਹੈ ਵਿਜ਼ੂਅਲ ਮੈਮਰੀ ਦਾ ਫਾਇਦਾ, ਠੀਕ ਹੈ। ਸੋ ਅੱਗੇ ਤੁਰਾਂਗੇ ਬੇਟੇ। ਅਗਲਾ ਦੇਖੋ ਟੌਪਿਕ ਹੁਣ ਕੀ ਆਪਣੇ ਕੋਲ, ਨੂਮੈਰੀਕਲ ਕੀ। ਇੱਕੋ ਨੂਮੈਰੀਕਲ ਆਪਾਂ ਬਣਾਇਆ, ਕਾਫੀ ਵੱਡਾ ਬਣਾਇਆ ਬੇਟਾ ਮੈਂ ਇਹਨੂੰ। ਐਂਡ ਇਹ NCERT ਦੇ ਵਿੱਚ ਮੌਜੂਦ ਹੈ, ਕੰਪੀਟੀਸ਼ਨ 'ਚ ਬਹੁਤ ਵਾਰ ਆਉਂਦਾ ਹੈ, ਚਾਹੇ ਉਹ JEE ਦਾ ਲਾ ਲਓ ਚਾਹੇ ਨੀਟ ਲਾ ਲਓ, ਇਹਨੇ ਆਉਣਾ ਹੁੰਦਾ ਹੈ। ਅੱਛਾ ਕੁਐਸਚਨ ਮੰਨਿਆ ਜਾਂਦਾ, ਠੀਕ ਹੈ। ਸੋ ਕੁਐਸਚਨ ਕੀ ਹੈ ਕਿ ਇੱਕ ਪੈਰਲਲ ਪਲੇਟ ਕੈਪੈਸਿਟਰ ਹੈ, ਉਹਦਾ ਜਿਹੜਾ ਏਰੀਆ ਹੈ ਪਲੇਟਸ ਦਾ ਉਹ ਹੈਗਾ 100 ਸੈਂਟੀਮੀਟਰ ਸਕੁਅਰ, ਠੀਕ ਹੈ। ਐਂਡ ਜਿਹੜੀ ਪਲੇਟ ਸੈਪਰੇਸ਼ਨ ਹੈ ਉਹ ਸਾਨੂੰ ਗਿਵਨ ਹੈ 2 ਮਿਲੀਮੀਟਰ ਹੈ। ਦਿਮਾਗ ਲਾਈ ਚੱਲੇ। ਹੁਣ ਜਦੋਂ ਮੈਨੂੰ ਵੀ ਇਹ ਪੁੱਛਦਾ ਮੇਰੇ ਦਿਮਾਗ 'ਚ ਪਤਾ ਕਿਵੇਂ ਦੀ ਪਿਕਚਰ ਬਣਦੀ ਹੈ ਕਿ ਯਾਰ 10 ਸੈਂਟੀਮੀਟਰ ਬਾਈ 10 ਸੈਂਟੀਮੀਟਰ ਦਾ ਇੱਕ ਸਕੁਅਰ ਹੋਣਾ। ਇਮੇਜਿਨ ਹੀ ਕਰਨਾ ਆਪਾਂ। ਸੋ ਯੂ ਕੈਨ ਇਮੇਜਿਨ ਦਿਸ, ਇਹਦਾ ਦੀ ਕੋਈ ਗੱਲ ਨਹੀਂ ਹੈਗੀ। ਐਂਡ ਉਹਨਾਂ ਨੂੰ ਕੀ ਕੀਤਾ ਕਿ ਇੱਕ ਬੈਟਰੀ ਨਾਲ ਲਾਤਾ, ਇੱਕ ਕੈਪੈਸਿਟਰ ਲਿਆ ਬੇਟੇ। ਮੈਂ ਤੁਹਾਨੂੰ ਕੱਲ ਦੇ ਲੈਕਚਰ 'ਚ ਦੱਸਿਆ ਸੀ ਕਿ ਪ੍ਰੈਕਟੀਕਲੀ ਅਸੀਂ ਕੈਪੈਸਿਟਰ ਨੂੰ ਕਾਹਦੇ ਨਾਲ ਲਾਉਣੇ ਆ,
ਬੈਟਰੀ ਨਾਲ ਹੀ ਲਾਉਣੇ ਆ, ਅੱਜ ਵੀ ਆਪਾਂ ਲਾਵਾਂਗੇ ਹੁਣੇ ਥੋੜੀ ਦੇਰ ਤੱਕ। ਹੁਣ ਜਦੋਂ ਤੁਸੀਂ ਇਹਨੂੰ ਲਾਤਾ ਬੈਟਰੀ ਦੇ ਨਾਲ, ਤਾਂ ਬੈਟਰੀ ਕਿੰਨੇ ਵੋਲਟ ਦੀ ਲਾਈ ਆਪਾਂ? ਉਹ ਲਾਈ ਆਪਾਂ 100 ਵੋਲਟ ਦੀ। ਠੀਕ ਹੈ, ਅਸੀਂ ਕੀ ਦੱਸਣਾ ਹੈ ਕਿ ਇਹਦੀ ਕਪੈਸਿਟੈਂਸ ਕਿੰਨੀ ਹੈ, ਪਹਿਲਾ ਕੁਐਸਚਨ ਇਹ ਹੈ। ਠੀਕ ਹੈ, ਹੁਣ ਜੇ ਮੈਂ ਇੱਥੇ 200 ਵੋਲਟ ਕਰਦਾ, ਦਿਮਾਗ ਨਾਲ ਸੋਚੋ, ਫਿਰ ਕਪੈਸਿਟੈਂਸ ਨੂੰ ਕੀ ਫਰਕ ਪਏਗਾ? ਜਿਵੇਂ ਤੇ 100 ਵੋਲਟ ਹੈ, ਜੇ ਮੈਂ 200 ਵੋਲਟ ਕਰਦਾ, ਜੇ ਮੈਂ ਲਾਵਾਂ ਹੀ ਨਾ ਬੈਟਰੀ, ਫਿਰ ਹੁਣ ਤੁਸੀਂ ਗੱਲ ਨੂੰ ਧਿਆਨ ਨਾਲ ਸੋਚੋ। ਮੈਂ ਤੁਹਾਨੂੰ ਪਹਿਲੇ ਦੱਸਤਾ ਹੋਇਆ ਹੈ ਕਿ ਇਦਾਂ ਦੀ ਕੋਈ ਸਿਚੁਏਸ਼ਨ ਨਹੀਂ। ਕਪੈਸਿਟੈਂਸ ਤਾਂ ਕਿਸੇ ਵੀ ਕਪੈਸਿਟਰ ਦੀ ਹੁੰਦੀ ਹੈ, ਤੁਸੀਂ ਕੁਝ ਨੂੰ ਲਾਓ ਨਾ ਲਾਓ, ਉਹ ਤਾਂ ਉਹਦੀ ਡਾਈਮੈਂਸ਼ਨਾਂ ਤੇ ਡਿਪੈਂਡ ਕਰਦੀ। ਸੋ ਪਹਿਲਾ ਕੁਐਸਚਨ ਕੀ ਹੈ ਆਪਣੇ ਕੋਲ ਕਿ ਕਪੈਸਿਟੈਂਸ ਕੱਢੋ। ਕਪੈਸਿਟੈਂਸ ਦਾ ਬੇਟੇ ਸਿੱਧੀ A ਐਪਸਿਲਨ ਨੋਟ ਡਿਵਾਈਡਡ ਬਾਈ D ਹੋਊਗੀ। ਇਹ ਤੁਹਾਨੂੰ ਪਤਾ ਹੈ ਕਿ 100, ਹੁਣ ਉਹੀ ਪੁਰਾਣੀ ਗੱਲ ਆ ਗਈ, 100 ਸੈਂਟੀ। ਆਪਦੇ ਆਪ ਨੂੰ ਰਿਪੀਟ ਕਰਾਓ, ਸੈਂਟੀ ਨੂੰ ਕਿਵੇਂ ਲਿਖੋਗੇ? 10⁻²। ਉਹਦਾ ਸਕੁਅਰ ਕਰੋਗੇ ਤਾਂ ਕਿੰਨਾ ਹੋ ਜਾਏਗਾ? 10⁻⁴। ਸੋ ਕਿੰਨਾ ਬਣ ਗਿਆ? 10⁻² ਮੀਟਰ ਸਕੁਅਰ। 2 ਮਿਲੀ ਨੂੰ ਕਿਵੇਂ ਲਿਖੀਦਾ ਹੁੰਦਾ? ਮਿਲੀ ਮੈਡਮ ਨੂੰ 10⁻³ ਇਹ ਵੀ ਮੀਟਰ ਬਣ ਗਿਆ। ਹੁਣ ਆਓ A ਦੀ ਵੈਲਿਊ ਕਿੰਨੀ ਭਰੋਗੇ? 10⁻²। ਐਪਸਿਲਨ ਨੋਟ ਕਿੰਨਾ? 8.854 into 10⁻12। D ਕਿੰਨਾ? 2 into 10⁻³ ਕਿਵੇਂ ਸੋਲਵ ਕਰੀਦਾ ਇਦਾਂ ਦੇ ਕੁਐਸਚਨਾਂ ਨੂੰ? ਉਹੀ ਪੁਰਾਣਾ ਵੇ ਸਾਡਾ। ਪੁਰਾਣਾ ਤਰੀਕਾ ਕੀ ਹੈ? ਅਸੀਂ ਨਿਊਮੈਰਿਕ ਵੈਲਿਊਜ਼ ਨੂੰ ਅਲੱਗ ਸੋਲਵ ਕਰਦੇ ਹਾਂ। ਕਰ ਦੋ ਬੇਟੇ, ਇਹਦਾ ਹਾਫ ਕਰਨਾ ਹੈ ਬਸ। ਇਹ ਨਾ ਸੋਚਿਆ ਕਰੋ ਕਿ 2 ਨਾਲ ਡਿਵਾਈਡ ਕਰਨਾ ਹੈ। 88 ਦਾ ਹਾਫ ਕਿੰਨਾ ਹੋ ਗਿਆ? 4.4। 54 ਦਾ ਹਾਫ ਕਿੰਨਾ ਹੋ ਗਿਆ? 27 ਹੋ ਗਿਆ ਡਨ। 10⁻² ਕਿੰਨਾ ਬਣੇਗਾ? ਮਾਈਨਸ ਦਾ 14, ਮਾਈਨਸ ਦਾ 14 ਤੇ ਕਾ ਉੱਤੇ ਜਾ ਕੇ ਪਲੱਸ ਹੋ ਜਾਏਗਾ, ਤਾਂ ਕਿੰਨਾ ਬਣ ਜਾਏਗਾ? ਮਾਈਨਸ ਦਾ 11। ਇਹਨੇ ਕੀ ਆ ਗਿਆ? ਫੈਰਡ ਆ ਗਿਆ। ਠੀਕ ਹੈ, ਜੇਕਰ ਮੈਂ ਡੈਸੀਮਲ ਨੂੰ ਇੱਧਰ ਸ਼ਿਫਟ ਕਰਦਾ ਤਾਂ ਪਾਵਰ 1 ਘਟੇਗੀ ਹੋਰ। ਜੇ ਡੈਸੀਮਲ ਨੂੰ ਆਪਾਂ ਇੱਧਰ ਸ਼ਿਫਟ ਕਰੀਏ ਤਾਂ ਪਾਵਰ ਵੱਧਦੀ ਹੁੰਦੀ। ਉਹ ਕੀ ਫਾਇਦਾ? ਜੇ ਆਪਾਂ ਸਟੈਂਡਰਡ ਦੇਖੀਏ ਨਾ, 10⁻⁻11 ਕੋਈ ਸਟੈਂਡਰਡ ਨਹੀਂ ਹੁੰਦਾ। 10⁻⁻12 ਇੱਕ ਸਟੈਂਡਰਡ ਵੈਲਿਊ ਹੈ, ਉਹਨੂੰ ਅਸੀਂ ਪੀਕੋ ਬੋਲਦੇ ਹਾਂ। ਠੀਕ ਹੈ, ਤਾਂ ਮੈਂ ਇੱਥੇ ਜੇਕਰ 44.27 ਲਿਖਦਾ ਤਾਂ ਉਹਦੇ 10⁻⁻12 ਲਿਖਿਆ ਜਾ ਸਕਦਾ ਹੈ। ਐਂਡ ਇਹ ਕੌਣ ਹੈ? ਪੀਕੋ। ਸੋ ਇਟ ਕਮਸ ਆਊਟ ਟੂ ਬੀ 44.27 ਪੀਕੋ ਫੈਰਡ। ਇੱਕ ਕਪੈਸਿਟੈਂਸ ਆ ਗਈ ਬੇਟੇ। ਠੀਕ ਹੈ, ਅਗਲਾ ਪਾਰਟ ਕੀ ਹੈ ਨਾਲ ਹੀ ਦੇਖੋ ਧਿਆਨ ਨਾਲ। ਅਗਲਾ ਕੀ ਕਰਕੇ ਦੇਣਾ ਆਪਾਂ ਨੂੰ? ਇਹਨੂੰ ਯਾਦ ਕਰ ਲਓ ਨਾਲੇ। ਮੈਂ ਹੁਣ ਇਹਨੂੰ ਇੱਥੇ ਲਿਖ ਦੇਣਾ ਆਪਦੇ ਕੋਲ ਕਿ ਜਿਹੜਾ ਮੇਰਾ C ਆਇਆ ਹੈ ਇਸ ਕੇਸ ਦੇ ਵਿੱਚ 44.27 ਪੀਕੋ ਫੈਰਡ ਹੈ। ਇਹ ਮੇਰੇ ਪਹਿਲੇ ਕੁਐਸਚਨ ਦਾ ਆਨਸਰ ਆ ਗਿਆ। ਠੀਕ ਹੈ, ਹੁਣ ਦੂਜਾ ਕੁਐਸਚਨ ਆਪਣੇ ਕੋਲ ਕੀ ਹੈ ਕਿ Q ਬਰਾਬਰ ਕਿੰਨੇ ਹੁੰਦਾ ਹੈ? ਚਾਰਜ ਕੱਢਣਾ ਹੈ ਨਾ, ਚਾਰਜ। Q ਬਰਾਬਰ ਕਿੰਨੇ ਹੁੰਦਾ ਹੈ? CV, ਕਿਉਂਕਿ C ਬਰਾਬਰ Q/V ਹੁੰਦਾ ਹੈ ਨਾ। ਹੁਣ ਚਾਰਜ ਕਿੰਨਾ ਜਾਏਗਾ ਉਹ ਇਹਦੇ ਤੇ ਡਿਪੈਂਡ ਕਰਦਾ। ਸੋਚੋ ਧਿਆਨ ਨਾਲ ਗੱਲ ਕਿ ਭਈ ਇਹ ਕਹਿੰਦਾ ਮੇਰੀ ਕਪੈਸਿਟੈਂਸ ਤਾਂ ਹੈਗੀ ਹੈ, ਜਿੰਨਾ V ਵਧਾਓਗੇ ਉਹਨਾਂ ਚਾਰਜ ਲਈ ਚਲੋ। ਆਹੀ ਮਤਲਬ ਬਣਿਆ ਨਾ। ਸੋ ਅਸੀਂ ਕਿਹਾ ਦੇਖੋ ਜਨਾਬ, ਸੋ ਸਾਡਾ ਜਿਹੜਾ C ਹੈ ਨਾ ਉਹ 44.27 into 10⁻⁻12 ਹੈ, ਤੇ ਜਿਹੜਾ V ਹੈ ਨਾ, V ਇਹ 100 ਹੈ ਜੀ। ਤੇ ਇਹਨੇ ਕੀ ਆਊਗਾ? ਇਹ ਕੂਲਮ, ਕਿਉਂਕਿ ਚਾਰਜ ਹੈ। ਤਾਂ ਫਿਰ ਇਹ ਕਿੰਨਾ ਬਣ ਗਿਆ? 44.27 into 10⁻⁻ ਕਿੰਨਾ? ਮਾਈਨਸ ਦਾ 10। ਇਹਨੇ ਕੀ ਬੇਟੇ? ਕੂਲਮ, ਹੈ ਨਾ। ਹੁਣ ਆਪਾਂ ਜੇਕਰ ਇਹਨੂੰ 10⁻⁻9 ਬਣਾਉਣਾ ਹੈ, -9 ਕਿਉਂ ਬਣਾਉਣਾ ਹੈ? ਆ -9 -12 ਇਹ ਸਾਰੇ ਸਟੈਂਡਰਡ ਹੁੰਦੇ ਨੇ। ਜਿਵੇਂ -12 ਜਿਹੜਾ ਉਹ ਪੀਕੋ ਹੁੰਦਾ ਹੈ, -9 ਪਤਾ ਕਿੰਨਾ ਹੁੰਦਾ? -9 ਨੈਨੋ ਹੁੰਦਾ ਹੈ। ਤਾਂ ਮੈਂ ਇਹਨੂੰ ਕਿਵੇਂ ਬਣਾਵਾਂਗਾ ਬੇਟੇ? ਇੱਥੇ ਨਾ ਐ ਕਰੀਦਾ ਹੁੰਦਾ, ਦੇਖੋ ਧਿਆਨ ਨਾਲ। ਕਈ ਤਰੀਕੇ ਨੇ ਯਾਰ, ਤੁਹਾਡੀ ਪ੍ਰੈਕਟਿਸ ਨਾ ਤੁਹਾਨੂੰ ਹੁਣੇ ਸਿਖਾ ਦੇਗੀ। ਇਹ ਐ ਲਿਖਦਾ 1 ਪਾਵਰ -9, ਯਾਨੀ ਕਿ 1 10 ਦੀ ਪਾਵਰ -1 ਘੱਟ ਲਿਖੀਏ, ਉਹਨੂੰ ਨੀਚੇ ਲਿਖ ਲਓ ਦਿਮਾਗ ਚ ਆਪਣੇ। ਡਨ ਹੋ ਗਿਆ। ਇਹਦਾ ਮਤਲਬ ਇਹ ਡੈਸੀਮਲ ਲੱਗੇਗਾ ਕਿੱਥੇ ਬੇਟੇ? ਇਹ ਆ ਜਾਊਗਾ 4.427। ਇਹਨੇ ਕੀ? ਨੈਨੋ ਕੂਲਮ। ਸੋ ਇਹ ਮੇਰੇ ਦੂਜੇ ਕੁਐਸਚਨ ਦਾ ਆਨਸਰ ਆ ਗਿਆ। Q ਕਿੰਨਾ ਆ ਗਿਆ? 4.427। ਇਹਨੇ ਕੀ ਬੇਟੇ? ਨੈਨੋ ਕੂਲਮ। ਰਾਈਟ। ਹੁਣ ਅਗਲਾ ਕੁਐਸਚਨ ਦੇਖੋ ਕੀ ਹੈ। ਹੁਣ ਧਿਆਨ ਨਾਲ ਹੋ ਜਾਓ। ਠੀਕ ਹੈ, ਧਿਆਨ ਨਾਲ ਹੋ ਜਾਓ। ਸਿੱਖਣਾ ਬਸ ਇਦਾਂ ਸਿੱਖਣਾ ਕਿ ਹਮੇਸ਼ਾ ਯਾਦ ਰਹੇ। ਅੰਦਰੋਂ ਦਿਲ ਤੋਂ ਗੱਲਾਂ ਨੂੰ ਸੁਣੋ ਧਿਆਨ ਨਾਲ। ਅਗਲਾ ਕੁਐਸਚਨ ਇਹ ਹੈ ਕਿ ਕਹਿੰਦਾ ਵੀ ਬੈਟਰੀ ਨੂੰ ਕਨੈਕਟ ਰਹਿਣ ਦਿਓ, ਬੈਟਰੀ ਨੂੰ ਚੇਂਜ ਨਹੀਂ ਕਰਨਾ। ਹੁਣ ਜੇ ਤੁਸੀਂ ਬੈਟਰੀ ਨੂੰ ਚੇਂਜ ਨਹੀਂ ਕਰਨਾ ਤਾਂ ਜੇ ਤੁਸੀਂ ਸੈਪਰੇਸ਼ਨ ਜਿਹੜੀ ਪਲੇਟਸ ਦੀ, ਧਿਆਨ ਨਾਲ ਸੁਣ ਲਓ। ਆਹ ਕੁਐਸਚਨ ਇਹੀ ਹੈ, ਮੈਂ ਇਹਨੂੰ ਇਰੇਜ਼ ਕਰਦਾ ਕਿਉਂਕਿ ਆਪਾਂ ਕੈਲਕੂਲੇਟ ਕਰ ਚੁੱਕੇ ਹਾਂ। ਫਾਰਮੂਲੇ ਨਾਲ ਖੇਡਣ ਦਾ ਕੁਐਸਚਨ ਹੈ ਬੇਟੇ, ਧਿਆਨ ਨਾਲ ਸੁਣੀ ਚੱਲੋ। ਕਹਿੰਦਾ ਕਿ ਬੈਟਰੀ ਕਨੈਕਟਡ ਰਹਿਣ ਦਿਓ। ਅਸੀਂ ਕਹਿੰਦੇ ਬੈਟਰੀ ਕਨੈਕਟਡ, ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਕਹਿੰਦਾ ਵੀ ਆਹ ਚੀਜ਼ ਹਮੇਸ਼ਾ ਫਿਕਸ ਰਹੇਗੀ। ਜਦੋਂ ਰਹੇਗੀ ਕਨੈਕਟਡ ਤਾਂ V ਫਿਕਸ ਹੋ ਗਿਆ। ਓਕੇ, ਅਗਲੀ ਗੱਲ ਕਹਿੰਦਾ ਜਿਹੜਾ ਡਿਸਟੈਂਸ ਹੈ ਨਾ, ਡਿਸਟੈਂਸ ਉਹ ਤੁਸੀਂ ਕਿੰਨਾ ਕਰ ਦੋ ਬੇਟੇ? 1 mm। ਠੀਕ ਹੈ, ਪਹਿਲਾਂ ਕਿੰਨਾ ਸੀ? 2 mm।
ਅਸੀਂ ਕਿ ਦੇਖੋ ਜੇ ਡਿਸਟੈਂਸ ਨੂੰ ਤੁਸੀਂ ਹਾਫ ਕਰ ਦੋਗੇ 2 ਤੋਂ 1 ਕਰ ਦੋਗੇ, ਜੇ ਡਿਸਟੈਂਸ ਹਾਫ ਹੋਏਗਾ ਤਾਂ ਕਪੈਸਿਟੈਂਸ ਕੀ ਹੋ ਜਾਏਗੀ, ਪੱਕਾ ਡਬਲ ਹੋ ਜਾਏਗੀ। ਅਰੇ ਸਮਝਦੇ ਹੋ ਨਾ ਗੱਲ ਨੂੰ। ਤਾਂ ਅਸੀਂ ਕਹਾਂਗੇ ਦੇਖੋ ਇਹਦਾ ਮਤਲਬ ਹੈ ਕਿ ਜਿਹੜਾ ਤੁਹਾਡਾ ਇਹ ਵਾਲਾ ਕੁਐਸਚਨ ਹੈ ਇਹਦੇ 'ਚ ਕਪੈਸਿਟੈਂਸ ਪਹਿਲਾਂ ਨਾਲੋਂ ਡਬਲ ਆ ਜਾਏਗੀ, ਇਹਦੇ ਨਾਲ 2 ਟਾਈਮਸ 44.27 ਪੀਕੋਫੈਰਡ ਆ ਜਾਏਗੀ। ਮੈਂ ਇਹਨੂੰ ਸੋਲਵ ਨਹੀਂ ਕਰਾਉਣਾ ਬੇਟੇ, ਮੈਂ ਸਿਰਫ ਤੁਹਾਨੂੰ ਸਿਖਾਉਣਾ ਹੈ ਕਿ ਜੇ ਡਿਸਟੈਂਸ ਤੁਸੀਂ ਸਿੱਧਾ ਸਟੇਟਮੈਂਟ ਵੀ ਲਿਖ ਕੇ ਆ ਸਕਦੇ ਹੋ, ਇਫ ਦਾ ਡਿਸਟੈਂਸ ਵਿਲ ਬਿਕਮ ਹਾਫ ਦੀ ਕਪੈਸਿਟੈਂਸ ਵਿਲ ਬਿਕਮ ਡਬਲ। ਹੁਣ ਚਾਰਜ ਨੂੰ ਕੀ ਫਰਕ ਪਏਗਾ, ਚਾਰਜ ਨੂੰ ਪੁੱਛੋ ਚਾਰਜ ਭਾਈ ਸਾਹਿਬ ਤੁਹਾਡਾ ਕੀ ਫਾਰਮੂਲਾ ਹੁੰਦਾ ਹੈ, ਕਹਿੰਦਾ ਮੇਰਾ ਫਾਰਮੂਲਾ ਜੀ CV ਹੁੰਦਾ ਹੈ। ਅਸੀਂ ਕਿ ਦੱਸ ਤੇ ਇਹਦੇ ਨਾਲ ਕੀ ਗੱਲਬਾਤ ਬਣੀ ਹੈ, ਕਹਿੰਦਾ ਦੇਖੋ ਯਾਰ ਮੈਂ ਤਾਂ 2 ਜਣੇ ਤੇ ਡਿਪੈਂਡ ਕਰਦਾ C ਤੇ V ਤੇ, ਮੈਨੂੰ ਦੱਸ ਦਿਓ ਦੋਨਾਂ ਨਾਲ ਕੀ ਹੋਇਆ। ਅਸੀਂ ਕਿ ਦੇਖ ਭਾਈ V ਤਾਂ ਫਿਕਸ ਰਿਹਾ, ਕਹਿੰਦਾ ਅੱਛਾ ਜੀ ਓਕੇ। ਕਹਿੰਦਾ C ਬਾਰੇ ਕੀ ਖਿਆਲ ਹੈ, ਅਸੀਂ ਕਿ ਯਾਰ ਡਿਸਟੈਂਸ ਘਟਾਇਆ ਸੀ ਇਸ ਕਰਕੇ C ਵਧਿਆ, ਕਹਿੰਦਾ ਠੀਕ ਹੈ ਜੇ C ਵਧਿਆ ਫਿਰ ਮੈਂ ਵੀ ਵਧੂਗਾ। ਕਿੰਨਾ ਵਧੇਗਾ, ਕਹਿੰਦਾ ਇਹ ਕਿੰਨਾ ਵਧਿਆ, ਅਸੀਂ ਕਿ ਇਹ ਡਬਲ ਹੋਇਆ, ਇਹ ਡਬਲ ਹੋਇਆ। ਇਹਨਾਂ ਮਤਲਬ ਚਾਰਜ ਵੀ ਪਹਿਲੇ ਨਾਲੋਂ ਕਿੰਨਾ ਹੋ ਜਾਏਗਾ ਡਬਲ। ਸੋ ਇਹਨਾਂ ਮਤਲਬ ਜਿਹੜਾ ਮੇਰਾ ਚਾਰਜ ਆਏਗਾ ਜਿਹੜਾ ਹੁਣ ਨਵਾਂ ਉਹ ਪਹਿਲਾਂ ਵਾਲੇ ਨਾਲੋਂ ਡਬਲ ਆ ਜਾਏਗਾ 2 ਟਾਈਮਸ 4.427 ਨੈਨੋ ਕੂਲਮ ਆ ਗਿਆ। ਠੀਕ ਹੈ, ਆਈ ਹੋਪ ਤੁਹਾਨੂੰ ਇਹ ਗੱਲ ਸਮਝ ਆ ਗਈ। ਠੀਕ ਹੈ, ਹੁਣ ਅਗਲੀ ਗੱਲ ਕੀ ਆਉਂਦੀ ਹੈ ਕਿ ਜਿਵੇਂ ਉਹਨੇ ਕਿਹਾ ਕਿ ਬੈਟਰੀ ਡਿਸਕਨੈਕਟ ਕਰ ਦਿਓ ਭਾਈ ਸਾਹਿਬ, ਅਸੀਂ ਕਿਹਾ ਯਾਰ ਕਰ ਦਿੰਦੇ ਆ ਵੇਖੋ ਫਿਰ ਕੀ ਹੋਊਗਾ। ਹੁਣ ਜਦੋਂ ਤੁਸੀਂ ਬੈਟਰੀ ਡਿਸਕਨੈਕਟ ਕਰਤੀ ਇਹਦਾ ਮਤਲਬ ਵੋਲਟੇਜ ਹੁਣ ਫਿਕਸ ਨਹੀਂ ਹੈਗੀ ਬੇਟੇ। ਹਾਂ ਹੁਣ ਤੁਸੀਂ ਇੱਥੇ ਆਪਦੀ ਕਾਪੀਆਂ 'ਚ ਗੱਲ ਲਿਖ ਕੇ ਰੱਖ ਲੈਣੀ, ਬੈਟਰੀ ਲਾਉਣ ਤੋਂ ਬਾਅਦ ਉਹਨੇ ਇਸ ਪਲੇਟ ਨੂੰ ਪੱਕਾ ਜੇ ਇਧਰ ਪੋਜ਼ਿਟਿਵ ਸੀਗਾ ਇਹਨੂੰ ਪੋਜ਼ਿਟਿਵ ਬਣਾਇਆ, ਇਹਨੂੰ ਨੈਗੇਟਿਵ ਬਣਾਇਆ, ਹੁਣ ਬੈਟਰੀ ਡਿਸਕਨੈਕਟ ਕਰਤੀ। ਅਸੀਂ ਕਿ ਫਿਰ ਹੋਊਗਾ ਕੀ, ਬਸ ਪੁੱਤੋ ਧਿਆਨ ਨਾਲ ਸਮਝ ਲਿਓ ਹੈ, ਐਨ ਪੱਕਾ ਬਣਾ ਲਓ ਦਿਮਾਗ 'ਚ। ਹੁਣ ਜਦੋਂ ਤੁਸੀਂ ਇਹਨੂੰ ਟੱਚ ਹੀ ਨਹੀਂ ਕਰੋਗੇ ਤੇ ਜੇ ਚਾਰਜ ਲੀਕ ਹੀ ਨਹੀਂ ਕਰ ਸਕਦਾ, ਮਤਲਬ ਆਪਾਂ ਆਈਡੀਅਲ ਗੱਲ ਕਰਨੀ ਹੈ, ਬੈਟਰੀ ਹਟਾਤੀ, ਬੈਟਰੀ ਨੇ ਚਾਰਜ ਦਿੱਤਾ ਹਟਾਤੀ। ਹੁਣ ਜਦੋਂ ਤੁਸੀਂ ਚਾਰਜ ਦੇਤਾ ਤਾਂ ਚਾਰਜ ਲਿਖ ਲਓ ਟਰੈਪ ਹੋ ਗਿਆ, ਟਰੈਪ ਸਮਝ ਲਓ ਫਸ ਗਿਆ, ਨਾ ਵੱਧ ਸਕਦਾ ਨਾ ਘਟ ਸਕਦਾ, ਕਿੱਧਰ ਜਾਵੇ ਬੇਟਾ, ਲੀਕ ਤਾਂ ਕਰ ਨਹੀਂ ਸਕਦਾ। ਆਪਾਂ ਥਿਓਰੈਟੀਕਲੀ ਗੱਲ ਕਰਦੇ ਹਾਂ। ਤਾਂ ਸਾਡੇ ਜਿਹੜਾ ਇਹ ਵਾਲਾ ਪਾਰਟ ਹੈ ਇਹਦੇ ਵਿੱਚ ਕੀ ਹੋਣਾ, ਸਭ ਤੋਂ ਪਹਿਲੇ ਨੰਬਰ ਤੇ ਅਸੀਂ ਗੱਲ ਕਰਾਂਗੇ ਵੀ ਕਿਉਂ ਭਾਈ ਸਾਹਿਬ ਤੁਸੀਂ ਹੋਗੇ ਟਰੈਪਡ, ਇਸ ਦਾ ਓਕੇ ਕਿਉਂ ਫਿਕਸ ਹੋ ਗਿਆ, ਬਦਲ ਨਹੀਂ ਸਕਦਾ ਬੇਟੇ। ਹੁਣ ਜਦੋਂ ਤੁਸੀਂ ਇਹ ਵਾਲਾ ਕਰਤਾ, ਹੁਣ ਉਹ ਕਹਿੰਦਾ ਕਿ ਹੁਣ ਤੁਸੀਂ C ਦੀ ਪਹਿਲਾਂ ਗੱਲ ਕਰੋ। ਅਸੀਂ ਕਹਿੰਦੇ ਕਿ ਯਾਰ C ਤਾਂ ਸਿੱਧੀ ਗੱਲ ਹੈ V ਵੂ ਤੇ ਡਿਪੈਂਡ ਹੀ ਨਹੀਂ ਕਰਦਾ, C ਦਾ ਫਾਰਮੂਲਾ ਤਾਂ ਆ ਹੁੰਦਾ ਹੈ ਜੇ D ਘਟੇਗਾ C ਨੂੰ ਤਾਂ ਵਧਣਾ ਹੀ ਪੈਣਾ ਹੈ, ਜੇ D ਹਾਫ ਹੋ ਗਿਆ ਤਾਂ C ਜਿਹੜਾ ਉਹ ਕਿੰਨਾ ਹੋ ਜਾਏਗਾ ਡਬਲ, D ਹਾਫ ਹੋਏਗਾ ਤਾਂ C ਕਿੰਨਾ ਆਏਗਾ ਡਬਲ। ਸੋ ਇਸ ਕੁਐਸਚਨ ਦੇ ਵਿੱਚ ਵੀ ਆਨਸਰ ਭਾਵੇਂ ਤੁਸੀਂ ਬੈਟਰੀ ਡਿਸਕਨੈਕਟ ਕਰ ਦਿਓ C ਵਿਲ ਬਿਕਮ ਡਬਲ। ਕਿਉਂ ਡਬਲ ਹੋ ਜਾਊਗਾ, ਕਿਉਂਕਿ ਤੁਸੀਂ ਡਿਸਟੈਂਸ ਜਿਹੜਾ ਉਹ ਕੀ ਕਰ ਰਹੇ ਹੋ ਹਾਫ। ਆਈ ਹੋਪ ਤੁਸੀਂ ਗੱਲ ਨੂੰ ਸਮਝ ਪਾ ਰਹੇ ਹੋ। ਆਪਾਂ ਉਹੀ ਕੁਐਸਚਨ ਡਿਸਕਸ ਕਰ ਰਹੇ ਹਾਂ ਲੇਕਿਨ ਇਸ ਵਾਰ ਬੈਟਰੀ ਕਨੈਕਟਡ ਤੇ ਡਿਸਕਨੈਕਟਡ ਦੀ ਗੱਲ ਕਰ ਰਹੇ ਹਾਂ। ਠੀਕ ਹੈ, ਅਗਲੀ ਗੱਲ C ਵਿਲ ਬਿਕਮ ਡਬਲ। ਹੁਣ ਅਸੀਂ ਕਹਿੰਦੇ ਪੋਟੈਂਸ਼ੀਅਲ ਨੂੰ ਫਿਰ ਕੀ ਫਰਕ ਪਏਗਾ, ਸਾਨੂੰ ਪਤਾ ਹੈ ਕਿ Q ਬਰਾਬਰ ਕਿੰਨੇ ਹੁੰਦਾ ਬੇਟੇ CV ਦੇ। ਹੁਣ ਇਸ ਇਕੁਏਸ਼ਨ ਨੂੰ ਪੁੱਛੋ ਕਿ ਕਿਹਨੂੰ ਕਿਹਨੂੰ ਫਰਕ ਪਿਆ ਤੇ ਕਿਹਨੂੰ ਫਰਕ ਨਹੀਂ ਪੈ ਰਿਹਾ। ਵਾਟ ਅਬਾਊਟ ਦਿਸ, ਇਹਨੂੰ ਕੀ ਹੋਇਆ, Q ਬਾਰੇ ਕੀ ਖਿਆਲ ਨੇ, ਉਹ ਤਾਂ ਕਹਿੰਦਾ ਯਾਰ ਮੈਂ ਤਾਂ ਫਸ ਗਿਆ ਯਾਰ, ਮੈਂ ਤਾਂ ਫਿਕਸਡ ਹਾਂ। ਅਸੀਂ ਕਿ ਠੀਕ ਹੈ। C ਨੂੰ ਪੁੱਛਿਆ ਤੇਰੇ ਕੀ ਖਿਆਲ ਨੇ, ਕਹਿੰਦਾ ਜੀ ਮੈਂ ਡਬਲ ਹੋ ਗਿਆ। ਧਿਆਨ ਨਾਲ ਸੁਣਨਾ ਹੁਣ ਪਲੀਜ਼ ਹੈ। C ਕਹਿੰਦਾ ਕਿ ਮੈਂ ਡਬਲ ਹੋ ਗਿਆ। ਅਸੀਂ ਕਿ V ਤੇਰੇ ਨਾਲ ਕੀ ਹੋਊਗਾ, ਕਹਿੰਦਾ ਦੇਖੋ ਯਾਰ ਮੇਰੇ ਨਾਲ ਜੋ ਵੀ ਕਰੋਗੇ ਨਾ ਜਿਹੜਾ ਸਾਨੂੰ ਮਲਟੀਪਲਾਈ ਕਰਕੇ ਆਣਾ ਉਹ ਫਿਕਸ ਹੈ ਹੈਨਾ। ਹੁਣ ਦਿਸ ਇਜ਼ ਕੁਆਇਟ ਆਬਵੀਅਸ ਕਿ ਦੋ ਜਣਿਆਂ ਨੂੰ ਜੇ ਮਲਟੀਪਲਾਈ ਕਰਕੇ Q ਆ ਰਿਹਾ ਤੇ ਜੇ ਉਹ ਫਿਕਸ ਹੈ ਇਹ ਡਬਲ ਹੋਇਆ ਇਹਨੂੰ ਹਾਫ ਹੋਣਾ ਪੈਣਾ ਹੈ। ਅਰੇ ਨਹੀਂ ਸਮਝੇ, ਜਿੰਨਾ ਵੀ ਆਨਸਰ ਸੀਗਾ ਸੇ ਮੰਨ ਲਓ ਕਿ ਇੱਕ ਜਣਾ 8 ਸੀਗਾ ਤੇ ਦੂਜਾ ਜਣਾ 2 ਸੀਗਾ, ਇਹ ਹੁਣ ਇਹ ਕਹਿੰਦਾ ਕਿ ਮੈਂ ਡਬਲ ਹੋ ਗਿਆ, ਦੋਨਾਂ ਨੂੰ ਮਲਟੀਪਲਾਈ ਕਰਕੇ ਆ ਰਿਹਾ 16, ਇਹ ਕਹਿੰਦਾ ਕਿ ਮੈਂ ਡਬਲ ਹੋ ਗਿਆ। ਅਸੀਂ ਕਿਹਾ ਵੀ ਜੇ ਤੁਹਾਨੂੰ ਦੋਨਾਂ ਨੂੰ ਮਲਟੀਪਲਾਈ ਕਰਕੇ ਆਨਸਰ ਸੇਮ ਹੋਣਾ ਚਾਹੀਦਾ ਹੈ ਦੂਜੇ ਨੂੰ ਫਿਰ ਹਾਫ ਹੋ ਜਾਣਾ ਚਾਹੀਦਾ। ਨਹੀਂ ਸਮਝ ਆਈ ਗਈ, ਇਹਨਾਂ ਮਤਲਬ ਪੱਕੀ ਗੱਲ ਹੈ ਕਿ ਜੇ ਇਹ ਡਬਲ ਹੋ ਗਿਆ ਹੈ ਤਾਂ ਇਹਨੂੰ ਕੀ ਹੋ ਜਾਣਾ ਚਾਹੀਦਾ ਹਾਫ, ਇਹਨੂੰ ਕੀ ਹੋ ਜਾਣਾ ਚਾਹੀਦਾ ਹਾਫ। ਠੀਕ ਹੈ, ਇਹਨਾਂ ਮਤਲਬ ਜਿਹੜਾ ਪੋਟੈਂਸ਼ੀਅਲ ਸੀਗਾ ਪਹਿਲਾਂ ਕਿੰਨੇ ਵੋਲਟ ਸੀਗਾ ਜਦੋਂ ਆਪਾਂ ਬੈਟਰੀ ਲਾਈ ਸੀ 100, ਹੁਣ ਕਿੰਨਾ ਰਹਿ ਜਾਏਗਾ 100 ਡਿਵਾਈਡਡ ਬਾਈ 2 ਕਿੰਨਾ 50 ਵੋਲਟ। ਪੁੱਤਰੋ ਮੈਨੂੰ ਵਧੀਆ ਤਾਂ ਲੱਗੇਗਾ ਜਿਸ ਕਰ ਇਸ ਮਿਹਨਤ ਦਾ ਫਾਇਦਾ ਤਾਂ ਹੈ ਜੇ ਤੁਸੀਂ ਇਸੇ ਪ੍ਰੋਬਲਮ ਨੂੰ ਦੁਬਾਰਾ ਸੁਣੋ, ਦੁਬਾਰਾ ਸੁਣ ਕੇ ਇਹਨੂੰ ਦੁਬਾਰਾ ਕਰਕੇ ਦੇਖੋਗੇ ਇਹ ਤੁਹਾਨੂੰ ਬਦਲ ਦੇਗੀ, ਤੁਹਾਡੀ ਕੈਪੈਸਿਟਰ ਦੀ ਸਾਰੀ ਨੌਲੇਜ ਨੂੰ ਬਦਲ ਦੇਗੀ। ਇੰਨਾ ਵਧੀਆ ਕੁਐਸਚਨ ਹੈ। ਇਹਨੇ ਇੱਕ ਪਾਰਟ ਹੋਰ ਬਣਾਇਆ ਉਹ ਦੇਖੋ ਤੁਸੀਂ ਸਕਰੀਨ ਤੇ ਤੁਹਾਡੇ ਕੋਲ ਹੈ ਬੇਟਾ। ਹੁਣ ਆਪਾਂ ਕੀ ਕੀਤਾ, ਕੁਐਸਚਨ ਬੜੇ ਇੰਟਰਸਟਿੰਗ ਮੋਡ ਤੇ ਹੈ। ਠੀਕ ਹੈ, ਅਸੀਂ ਕੀ ਕੀਤਾ ਕਿ ਜਿਹੜਾ ਕੈਪੈਸਿਟਰ ਹੈ ਨਾ ਉਹਦੀਆਂ ਪਲੇਟਸ ਚ ਡਿਸਟੈਂਸ ਇਸ ਵਾਰੀ ਚੇਂਜ ਨਹੀਂ ਕਰਨਾ, ਕਿੰਨਾ ਰਹੇਗਾ ਉਹ 2 mm ਹੀ ਰਹੇਗਾ। 100 ਵੋਲਟ ਦੀ ਬੈਟਰੀ ਲਾਈ, ਮੈਨੂੰ ਪਿਛਲੇ ਰਿਜ਼ਲਟ ਸਾਰੇ ਦੁਬਾਰਾ ਮੈਂ ਲਿਖ ਲਏ ਨੇ ਕਿ ਐਵੇਂ ਕਰਨ ਨਾਲ ਜਦੋਂ ਮੀਡੀਅਮ ਵੈਕਿਊਮ ਸੀਗਾ ਤੇ ਕੈਪੈਸਿਟੈਂਸ ਇੰਨੀ ਆਈ ਸੀਗੀ
ਚਾਰਜ ਇੰਨਾ ਆਇਆ ਸੀਗਾ ਤੇ ਹੁਣ ਇੱਕ ਨਵੀਂ ਚੀਜ਼ ਆਪਣੇ ਕੋਲ ਇਹ ਆ ਗਈ ਕਿ ਜਿਹੜੀਆਂ ਪਲੇਟਸ ਨੇ ਉਹਨਾਂ ਦੇ ਵਿਚਕਾਰ ਜਿਹੜਾ ਮੀਡੀਅਮ ਹੈ ਉਹ ਭਰ ਦੇਣਾ ਹੈ, ਉਹ ਉਹਦਾ ਡਾਇਲੈਕਟ੍ਰਿਕ ਕਾਂਸਟੈਂਟ ਇੰਨਾ ਹੈ ਐਂਡ ਇਹ ਦਿੱਤਾ ਹੈ ਕਿ ਉਹਦੀ ਥਿਕਨੈਸ 2 mm ਯਾਨੀ ਕਿ ਉਹਨੇ ਪੂਰਾ ਹੀ ਭਰ ਦੇਣਾ ਇਹਨੂੰ। ਅਜੇ ਫਿਲਹਾਲ ਆਪਾਂ ਇਸੇ ਗੱਲ ਦੇ ਕਿ ਪੂਰਾ ਭਰਨ ਤੇ, ਠੀਕ ਹੈ। ਹੁਣ ਇਨ ਸੱਚ ਏ ਕੇਸ ਤੁਸੀਂ ਕੀ ਕਰਨਾ ਹੈ ਕਿ ਇੱਕ ਵਾਰੀ ਬੈਟਰੀ ਕਨੈਕਟਡ ਰਹਿਣ ਦੇਣੀ ਹੈ, ਇੱਕ ਵਾਰੀ ਬੈਟਰੀ ਡਿਸਕਨੈਕਟ ਕਰ ਦੇਣੀ ਹੈ। ਦੱਸਣਾ ਹੈ ਕਿ ਜਦੋਂ ਤੁਸੀਂ ਇਹਦੇ ਵਿੱਚ ਮਾਈਕਾ ਪਾਤਾ ਉਹਦੇ ਨਾਲ ਇਹਨੂੰ ਤੇ ਇਹਨੂੰ ਕੀ ਫਰਕ ਪਏਗਾ, ਠੀਕ ਹੈ। ਬੈਟਰੀ ਕਨੈਕਟਡ ਹੈ C Q ਤੇ V ਨੂੰ, ਸੋ ਆਪ ਕਰਵਾਓ ਬੇਟੇ, ਆਰਾਮ ਨਾਲ ਕਰਵਾ ਦਿਓ। ਪਹਿਲੀ ਗੱਲ ਤਾਂ ਇਹਨੂੰ ਪੁੱਛੋ ਕਿ ਭਾਈ ਬੈਟਰੀ ਦੇ ਕਨੈਕਟ ਹੋਣ ਜਾਂ ਨਾ ਕਨੈਕਟ ਹੋਣ ਨਾਲ ਤਾਂ ਤੈਨੂੰ ਕੋਈ ਫਰਕ ਨਹੀਂ ਪੈਂਦਾ, ਮੰਨਦੇ ਆ ਗੱਲ। ਕਹਿੰਦਾ ਅਸੀਂ ਕਿਹਾ ਮੀਡੀਅਮ ਨਾਲ ਫਰਕ ਪੈਂਦਾ, ਕਹਿੰਦਾ ਯੈਸ ਮੀਡੀਅਮ ਨਾਲ ਤਾਂ ਪੱਕਾ ਫਰਕ ਪਏਗਾ। ਕਿਵੇਂ? ਅਸੀਂ ਕਿਹਾ ਕਹਿੰਦਾ ਦੇਖੋ ਜਦੋਂ ਤੁਸੀਂ ਮਾਈਕਾ ਭਰੋਗੇ ਤਾਂ ਮੇਰੀ ਜਿਹੜੀ ਕਪੈਸਿਟੈਂਸ ਉਹ K ਟਾਈਮਸ C ਨੋਟ ਹੋ ਜਾਏਗੀ। ਮੈਂ ਸਿੱਧਾ ਲਿਖਦਾ ਬੇਟੇ C ਨੋਟ ਦਾ K ਟਾਈਮਸ, ਤੁਹਾਡਾ K ਕਿੰਨਾ 6 ਤੋਂ 6 ਟਾਈਮਸ ਜਿੰਨਾ ਵੀ ਤੁਹਾਡਾ ਆਇਆ ਸੀ 44.27 ਇਨ ਪਿਕੋਫੈਰਡ। ਮੇਰੀ ਗੱਲ ਨੂੰ ਸਮਝ ਗਏ ਬੱਚੋ? ਉਹ ਤਾਂ ਇਹ ਡਾਈਮੈਂਸ਼ਨਾਂ ਤੇ ਡਿਪੈਂਡ ਕਰਦਾ ਹੁੰਦਾ, ਡਾਈਮੈਂਸ਼ਨਾਂ ਥੋੜੀ ਬਦਲ ਰਹੇ ਹੋ ਤੁਸੀਂ, ਵਿਚਕਾਰ ਮੀਡੀਅਮ ਬਦਲ ਰਹੇ ਹੋ, ਉਹਨੇ ਟਾਈਮਸ ਹੋ ਜਾਏਗੀ। ਇਹ Q ਤੇ ਡਿਪੈਂਡ ਨਹੀਂ ਕਰਦਾ, C ਤੇ ਇਹਦੇ V ਤੇ ਡਿਪੈਂਡ ਨਹੀਂ ਕਰਦਾ, Q ਤੇ ਡਿਪੈਂਡ ਨਹੀਂ ਕਰਦਾ। ਜਦੋਂ ਆਪਾਂ ਗੱਲ ਇਹਨਾਂ ਨੂੰ ਚੇਂਜ ਕਰਦੇ ਜੀ ਇੱਕ ਫਿਕਸ ਚੀਜ਼ ਹੈ। ਸਿਮਿਲਰਲੀ ਆਪਾਂ ਜਦੋਂ ਬੈਟਰੀ ਇਧਰੋਂ ਵੀ ਡਿਸਕਨੈਕਟ ਕਰ ਦਾਂਗੇ ਪਰ ਮੀਡੀਅਮ ਪਾ ਦਾਂਗੇ ਇਧਰ ਵੀ 6 ਟਾਈਮਸ C ਨੋਟ ਆਏਗਾ, ਕਿਉਂਕਿ ਨਾ ਤਾਂ ਤੁਸੀਂ ਆਹ ਬਦਲ ਰਹੇ ਹੋ ਨਾ ਤੁਸੀਂ ਆਹ ਬਦਲ ਰਹੇ ਹੋ, ਤੁਸੀਂ ਸਿਰਫ ਮੀਡੀਅਮ ਬਦਲ ਰਹੇ ਹੋ। ਇਹਦੀ ਜਗ੍ਹਾ ਐਪਸਾਈਲਨ ਆ ਰਿਹਾ ਹੈ ਐਂਡ ਤਾਂ ਇਹ ਆ ਰਿਹਾ। ਬਸ ਹੁਣ ਮੈਂ ਬਾਰ-ਬਾਰ ਇਹਦੇ ਬਾਰੇ ਕੀ ਗੱਲ ਕਰਾਂ, ਇਹ ਵੀ 6 ਟਾਈਮਸ ਹੋ ਜਾਏਗਾ, ਉਹ ਵੀ 6 ਟਾਈਮਸ। ਅਗਲੀ ਗੱਲ ਚਾਰਜ ਬਾਰੇ ਗੱਲ ਕਰੋ। ਵਾਟ ਅਬਾਊਟ ਦਿਸ? ਹੁਣੇ ਤੁਹਾਨੂੰ ਦੱਸ ਕੇ ਹਟਿਆ ਸੀ। ਇਨ ਦਿਸ ਕੇਸ ਕੀ ਫਰਕ ਪਊਗਾ ਭਲਾ? ਕੀ ਫਰਕ ਪਊਗਾ ਦੱਸੋ? ਸਾਨੂੰ ਪਤਾ ਹੈ ਕਿ ਕਪੈਸਿਟੈਂਸ ਤਾਂ 6 ਟਾਈਮਸ ਹੋਗੀ, ਠੀਕ ਹੈ। ਕਿਉਂ ਨੂੰ ਕੀ ਫਰਕ ਪਏਗਾ? ਕਿਉਂ ਤਾਂ ਇਸ ਕੇਸ 'ਚ ਟਰੈਪਡ ਹੈ। ਕਿਉਂ ਟਰੈਪਡ ਹੈ ਭਲਾ? ਉਹ ਨਾ ਤਾਂ ਕਿਤੇ ਆ ਸਕਦਾ ਨਾ ਕਿਤੇ ਜਾ ਸਕਦਾ ਬੇਟੇ, ਹਨਾ। ਚਾਰਜ ਇਜ਼ ਟਰੈਪਡ, ਸੋ ਕਿਉਂ ਜਿਹੜਾ ਹੈ ਇਸ ਕੇਸ 'ਚ ਕੀ ਰਹੇਗਾ? ਫਿਕਸਡ ਰਹੇਗਾ, ਠੀਕ ਹੈ। ਹੁਣ ਵਟ ਅਬਾਊਟ V ਨਾਲ ਕੀ ਹੋਏਗਾ ਫਿਰ? ਅਸੀਂ ਕਿਹਾ ਦੇਖੋ ਭਾਈ ਸਾਹਿਬ ਜਿਹੜਾ Q ਹੁੰਦਾ ਨਾ ਉਹ ਬਰਾਬਰ ਹੁੰਦਾ CV ਦੇ। ਹੁਣ ਇਹ ਜੇ ਆਪਾਂ ਕਰਕੇ ਹਟਿਆ, ਠੀਕ ਹੈ। ਜੇਕਰ Q ਨੇ ਫਿਕਸ ਰਹਿਣਾ ਹੈ ਤੇ ਜੇ C 6 ਟਾਈਮਸ ਹੋ ਗਿਆ ਤਾਂ V ਨੂੰ 1/6 ਹੋ ਜਾਣਾ ਚਾਹੀਦਾ, ਠੀਕ ਹੈ। 1/6 ਦਾ ਮਤਲਬ ਸਮਝ ਲਓ ਜੇ 100 ਵੋਲਟ ਸੀ ਤਾਂ 100 ਵੋਲਟ ਦਾ 1/6 ਕਿੰਨਾ ਹੋ ਗਿਆ? 50 ਡਿਵਾਈਡਡ ਬਾਈ 3 ਇੰਨੇ ਵੋਲਟ। ਮੇਰੀ ਗੱਲ ਸਮਝ ਗਏ? ਹੁਣ ਇੱਧਰ ਆ ਜਾਓ। ਇੱਧਰ ਕੀ ਨਹੀਂ ਬਦਲਣਾ? ਇੱਧਰ ਆਫ ਕੋਰਸ ਜੇ ਤੁਸੀਂ ਬੈਟਰੀ ਲਾਈ ਰੱਖੀ ਤੇ ਇਹਨੇ ਨਹੀਂ ਬਦਲਣਾ। ਭਾਵੇਂ 2 ਵਾਰੀ ਸੁਣਨਾ ਪਵੇ ਬੱਚੋ, ਪਲੀਜ਼ ਸੁਣ ਲੈਣਾ ਹੈ, ਤੁਹਾਡੇ ਇੱਥੇ ਫਾਇਦੇ ਵਾਲੀ ਗੱਲ ਹੈ। ਤੁਸੀਂ ਸੁਣੋਗੇ ਬਾਰ-ਬਾਰ ਸੁਣੋਗੇ ਤੁਹਾਨੂੰ ਸਮਝ ਆ ਜਾਣੀ ਹੈ, ਠੀਕ ਹੈ। ਅਦਰਵਾਈਜ਼ ਜੇ ਪਹਿਲੀ ਵਾਰੀ ਆ ਰਹੀ ਤਾਂ ਬੜਾ ਨਜ਼ਾਰਾ ਫਿਰ। ਹੁਣ ਗੱਲ ਇਹ ਹੈ ਕਿ C ਤੇ V ਦੀ ਗੱਲ ਆ ਗਈ, Q ਬਰਾਬਰ ਹੁੰਦਾ CV ਦੇ, ਠੀਕ ਹੈ। C ਤੁਹਾਡਾ 6 ਟਾਈਮਸ ਹੋ ਚੁੱਕਿਆ, V ਬਦਲਿਆ ਨਹੀਂ, ਇਹਨਾਂ ਤੋਂ ਤੁਹਾਡਾ Q ਜਿਹੜਾ ਉਹ ਪਹਿਲਾਂ ਨਾਲੋਂ ਕਿੰਨੇ ਟਾਈਮਸ ਹੋ ਜਾਏਗਾ? 6 ਟਾਈਮਸ, ਠੀਕ ਹੈ। ਮੈਂ ਦੁਬਾਰਾ ਬੋਲ ਦੇਣਾ ਇਹਨੂੰ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਰਹੇ। I said V ਬਦਲਿਆ ਨਹੀਂ, C ਸਾਨੂੰ ਪਤਾ ਹੈ ਕਿ 6 ਟਾਈਮਸ ਹੋ ਗਿਆ, ਸੋ ਟੋਟਲ ਕਿੰਨੇ ਗੁਣਾ ਹੋ ਜਾਏਗਾ? 6 ਗੁਣਾ ਜ਼ਿਆਦਾ ਹੋ ਜਾਏਗਾ, ਠੀਕ ਹੈ। ਬਹੁਤਾ ਲਿਖਣ ਦੀ ਬਜਾਏ ਬਹੁਤਾ ਜ਼ਿਆਦਾ ਆਪਣੇ ਦਿਮਾਗ ਤੋਂ ਕੰਮ ਲਈਦਾ ਹੁੰਦਾ। ਸੋ ਚਲਦੇ ਹਾਂ ਅਗਲੇ ਟੌਪਿਕ ਨੂੰ ਇੰਟਰੋਡਿਊਸ ਕਰਦਾ ਬੇਟੇ। ਅਗਲਾ ਟੌਪਿਕ ਇਹ ਹੈ ਕਿ ਜਿਹੜਾ ਕਪੈਸੀਟਰ ਹੁੰਦਾ, ਇਹਨੀਆਂ ਪਲੇਟਸ ਸਾਨੂੰ ਪਤਾ ਕਿ ਇੱਕ ਦੂਜੇ ਨੂੰ ਅਟਰੈਕਟ ਕਰਦੀਆਂ ਇਦਾਂ ਕਰਕੇ, ਹਨਾ। ਐਂਡ ਜੇਕਰ ਉਹਨਾਂ ਨੂੰ ਆਪਾਂ ਫਿਰ ਵੀ ਦੂਰ ਰੱਖਿਆ ਇਹਨਾਂ ਮਤਲਬ ਪੱਕੀ ਗੱਲ ਹੈ ਕਿ ਸਾਨੂੰ ਵਰਕ ਕਰਨਾ ਪੈ ਰਿਹਾ। ਜਿਹੜਾ ਉਹ ਵਰਕ ਹੁੰਦਾ ਨਾ ਉਹ ਕਿਸੇ ਨਾ ਕਿਸੇ એનર્ਜੀ ਦੀ ਫਾਰਮ 'ਚ ਸਟੋਰ ਹੁੰਦਾ ਨਾ, ਜਿਵੇਂ ਸਪਰਿੰਗ। ਇਹ ਉਵੇਂ ਦੀ ਫੀਲਿੰਗ ਨਹੀਂ ਜਿਵੇਂ ਪੋਜ਼ਿਟਿਵ ਤੇ ਨੈਗੇਟਿਵ ਜਾਣੀਆਂ ਤਾਂ ਐ ਚਾਹੁੰਦੀਆਂ ਨੇ, ਆਪਾਂ ਉਹਨੂੰ ਐ ਰੱਖਿਆ ਹੋਇਆ। ਇਹ ਉਵੇਂ ਹੀ ਜਿਵੇਂ ਸਪਰਿੰਗ ਨੂੰ ਐ ਖਿੱਚਿਆ ਤੇ ਉਹ ਜਾਣਾ ਕਿਵੇਂ ਚਾਹੁੰਦਾ, ਐ ਕਰਕੇ। ਸਮਝਿਓ? ਇਹਨਾਂ ਮਤਲਬ ਹੈ ਉਦੋਂ ਸਪਰਿੰਗ 'ਚ ਵੀ એનર્ਜੀ ਸਟੋਰ ਹੁੰਦੀ ਹੈ, ਐਵੇਂ ਸਾਡੇ ਕਪੈਸੀਟਰ ਦੇ ਵਿੱਚ ਵੀ એનર્ਜੀ ਸਟੋਰ ਤਾਂ ਪੱਕਾ ਹੁੰਦੀ ਹੈ। ਐਂਡ ਉਹਨੂੰ ਅਸੀਂ ਇਲੈਕਟ੍ਰੋਸਟੈਟਿਕ એનર્ਜੀ ਕਹਿੰਦੇ ਹਾਂ। ਉਹਦੀ ਤੁਹਾਨੂੰ ਇੱਕ ਡੈਮੋਨਸਟ੍ਰੇਸ਼ਨ ਦੇਣ ਲੱਗਾ। ਆਹ ਜਿਹੜਾ ਆਹ ਅਲਾਦੀਨ ਦਾ ਲਾਲਟੇਨ ਜਾਂ ਪਤਾ ਨਹੀਂ ਕੀ ਦਿਖਦਾ ਹੋਣਾ ਤੁਹਾਨੂੰ, ਇਹ ਲੀਡਨ ਜ਼ਾਰ ਹੈ ਬੇਟੇ, ਠੀਕ ਹੈ। ਲੀਡਨ ਜ਼ਾਰ ਕਿੱਦਾਂ ਦਾ ਹੁੰਦਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਇਹਦੇ ਵਿੱਚ ਆਹ ਇੱਕ ਕੰਡਕਟਰ ਹੁੰਦਾ, ਪਹਿਲਾਂ ਆਹ ਬਾਹਰ ਇੱਕ ਕੰਡਕਟਿੰਗ ਸ਼ੈਲ ਜਾਂਦਾ ਬੰਦਾ, ਆਹ ਵਿਚਕਾਰ ਇੱਕ ਡਾਇਲੈਕਟ੍ਰਿਕ ਮੀਡੀਅਮ ਹੁੰਦਾ। ਸੋ ਇਹ ਵਿਚਕਾਰ ਸੈਂਡਵਿਚ ਹੋਇਆ ਹੁੰਦਾ ਐਂ ਕਰਕੇ, ਕੁਝ ਵੀ ਖਾਸ ਨਹੀਂ ਹੈਗਾ, ਹਨਾ। ਹੁਣ ਆਪਾਂ ਇਹਦੇ ਬਾਰੇ ਕੀ ਦੇਖਣਾ ਹੈ ਉਹ ਨੋਟ ਕਰਿਓ ਕਿ ਮੈਂ ਆਹ ਵਾਲੀ ਪਲੇਟ ਨੂੰ ਇੱਕ ਚਾਰਜ ਦੇਣਾ, ਆਹ ਵਾਲੀ ਪਲੇਟ ਨੂੰ ਦੂਜਾ ਚਾਰਜ ਦੇਣਾ ਹੈ। ਮੈਂ ਤੁਹਾਨੂੰ એનર્ਜੀ ਦੀ ਗੱਲ ਕਰ ਰਿਹਾ ਕਿ ਵਾਕਈ એનર્ਜੀ ਹੁੰਦੀ ਹੈ। એનર્ਜੀ ਨੂੰ ਕਿਵੇਂ ਫੀਲ ਕਰਾਵਾਂਗਾ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਿਖਾਵਾਂਗਾ ਕਿ ਵਾਕਈ એનર્ਜੀ ਹੁੰਦੀ ਹੈ, ਠੀਕ ਹੈ। ਸੋ ਦਿਸ ਇਜ਼ ਲੇਡਨ ਜ਼ਾਰ, ਵਨ ਆਫ ਦਾ ਫਸਟ ਕਪੈਸੀਟਰਸ। ਪੈਰਲਲ ਪਲੇਟ ਕਪੈਸੀਟਰ ਵਰਗੀ ਹੀ ਚੀਜ਼ ਹੈ। ਕਿਵੇਂ? ਇਹਦੇ ਅੰਦਰਲੀ ਮੈਟਲ ਬੋਡੀ ਤੇ ਜਿਵੇਂ ਇੱਕ ਚਾਰਜ ਆਏਗਾ, ਵਿਚਕਾਰ ਮੀਡੀਅਮ ਹੋ ਗਿਆ, ਮੀਡੀਅਮ ਦਾ ਸਾਨੂੰ ਸਭ ਨੂੰ ਪਤਾ ਫਾਇਦਾ ਕੀ ਹੈ, ਤੇ ਬਾਹਰ ਇੱਕ ਆ ਹੋ ਗਿਆ। ਵੈਸੇ ਉਹ ਜੇ ਕਦੀ ਹੁਣ ਤੁਸੀਂ ਸੋਚੋ ਮੀਡੀਅਮ ਦੇ ਆਪਾਂ ਨੂੰ ਕੀ ਫਾਇਦੇ ਹੋ ਗਏ? ਮੀਡੀਅਮ ਦੇ ਕਰਕੇ ਦੋ ਪਲੇਟਸ ਆਪਸ 'ਚ ਜੁੜਦੀਆਂ ਨਹੀਂ, ਹਾਲਾਂਕਿ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਹੁੰਦਾ, ਪਹਿਲਾ ਫਾਇਦਾ। ਦੂਜਾ ਫਾਇਦਾ ਇਹ ਹੈ ਕਿ ਫਿਰ ਇਹਦੇ ਕਰਕੇ ਅਸੀਂ ਬਹੁਤ ਨੇੜੇ ਲੈ ਕੇ ਜਾ ਪਾਏ, ਠੀਕ ਹੈ। ਨੰਬਰ 3 ਤੇ ਇਹਦੇ ਕਰਕੇ ਕਪੈਸਿਟੈਂਸ ਵੱਧ ਜਾਂਦੀ ਹੈ,
क्योंकि के टाइम्स हो जाती है ना। चौथी गल तुहानूं पता कि जे विचकार एयर होवे, एयर का बड़ा वड्डा पंगा है, एयर का ब्रेकडाउन बहुत जल्दी होता है। ठीक है, जो ब्रेकडाउन हो गया ना चार्ज सानूं पता लीक होने लग पेगा एक प्लेट तो दूजी प्लेट तक। मीडियम पाउण का यह भी फायदा होता है कि ब्रेकडाउन लेट होता है। ब्रेकडाउन होना तुहानूं पता होना चाहिए भाई, ठीक है, नहीं तो मेरी थोड़े नाल नाराजगी जे तुहानूं नहीं पता था आप इनू भी एक डेमोनस्ट्रेशन नाल कर चुके हुए हैं। सो एक गल पक्की कि ब्रेकडाउन भी नहीं होंदा है ना, तो ये बड़ा सेफ होंदा मीडियम नूं पाउणा, मतलब सोने ते सुहागे वाला काम है। सो देखिए कितना वर्क करता बेटे, अब मतलब वन ऑफ द बेस्ट। फिर तुहानूं इहदे नाल जुड़ी गल भी सुणावांगा जल्दी। मेरे कोल हाल इंट्रोड्यूस करना रह गया, इनू असीं डिस्चार्जर बोलते हैं बेटे, ठीक है। सो मैं इहदा सैटअप ला ला एक बार। मैं की कीता बेटे कि जिहड़ा अपना वैंटीग्राफ है आ एक डॉम जिहड़ी नूं उपर ला लिया, आ ग्राउंड वाला, ठीक है। तो आपां की करना है कि जिहड़ा ग्राउंड वाला है उन्होंने जिहड़ा बाहर वाला आए ना कंडक्टर जिहा इहदे नाल अटैच कर देना। हुण तुसीं लॉजिक समझदे पिओ एवें क्यों होंदा पिया, इहदा मतलब पक्की गल है कि मैं इहनूं ग्राउंड करता यानी कि लोअर पोटैंशियल ते होऊगा, इहनूं वैंटीग्राफ नाल लावांगे ये होएगा हायर पोटैंशियल ते, ठीक है। सो वैंटीग्राफ ऑन करके आपां इहनूं दिंदे चार्ज बेटा, ओके है। सो मैं इहनूं ऑन कर रहा, फिर आपां लाइट बंद करनी है। सो इदां पक्की गल है कि वो वाली प्लेट ते चार्ज आ रहा होना बेटा, तो जिहड़ा नीचे वाला ये आपां ग्राउंड किया होया है। राइट, बहुत है इनफ हो गया होना बेटा। मैं इनू अर्थ करदा, ठीक है, तो बंद कर दिया। उन्हें तो देखो कितनी देर हो गई मैंने हटाया नूं, समान नूं रखी आपां। लाइट्स बेटा ऑफ करते हैं। जो लाइट्स ऑफ करते मैं करना की पहला तुहानूं दसदा, मैं इनू डिस्चार्जर बोलते, इनू इत्थे लैके जावांगा, इनू उत्थे लैके जावांगा। मेरा ये मनना है कि इस वक्त हायर ते लोअर पोटैंशियल के विचकार एक फील्ड सैटअप हो चुका है। एनर्जी नोट कर लो, कल की क्लास आप सीखना है कि एनर्जी हमेशा फील्ड स्टोर होंगी है। लिख लो कि एनर्जी कितने स्टोर होंगी है, फील्ड ये पक्का याद रख लो। तो आप लाइट बंद करते हैं, ओके। तो मैं की करांगा, इनू करांगा इदा नेड़े, आप वाला नेड़े लैके जावांगा, तुसीं देखियो की हुंदा, ठीक है। सो बंद करते हैं। देखिया तुसीं, देखो एक बार फिर देख लो, देखिए कितनी स्पार्क होंगी। हुण कित्थों आई है, पक्की गल है कि विचकार जिहड़ी दोनों प्लेट्स विचकार जिहड़ी फील्ड के करके एनर्जी सैटअप हुई सी, वो सानू किहदी फॉर्म च दिखी, इन द फॉर्म ऑफ लाइट, ठीक है। हुण अगली गल आपां की करते हैं, क्योंकि तुहानूं पता मॉइस्चर बहुत है, उसदे करके चार्ज लीक भी हो जाता है। सो होपफुली इनफ आ गया होना। तो मैं जे इनू डिसैंबल करदा, मैं करके दिखाऊंगा तुहानूं। हलो आ बाहर कढ़ता, आ बाहर कढ़ता, ठीक है। इनू टच कर देने, इनू टच कर देने, कोई फर्क नहीं पैंदा। इनू रखिया विच, इनू रखिया विच, हुण ध्यान नाल नोट करना की हुंदा। पहला तो इनू तुहाडे वाले पासे मूँह कर दिया आपां, ठीक है। आ देखियो कली आवाज ही सुन लियो, देखिया ध्यान नाल। नोट करने वाली गल यह है, हाँ तुहानूं ऑफ कोर्स लाइट नहीं दिखी होनी क्योंकि मैं तुहाडे नाल गल भी करनी, बट बिलीव मी कि लाइट दिखेगी। हुण होया कि इहदा मतलब है कि फिर एनर्जी कित्थे स्टोर सी। मैं इनू डिस्चार्ज करता, इनू डिस्चार्ज करता, पक्की गल एनर्जी कित्थे स्टोर सी, विचकारले मीडियम दे विच ते फील्ड सीगा, जिथे स्पेस सीगा। हुण मेरे नाल पता की होया, तुहानूं एक इंटरस्टिंग जी गल सुणाउणा, फिर आपां लैक्चर नूं कंकलूड करांगे। कि जदों मैं वैंडीग्राफ पहली बारी लैके आया ना, तो मैं इहदे नाल हो गया बहुत ज़्यादा फैसीनेट कि मैं उहदे नाल बहुत पंगे लैणे, मतलब वैंडीग्राफ जनरेटर नाल हत्थ ला देना करना, आपदे आप नूं शौक लवाउणे। हुण जदों ये सारे एक्सपैरीमेंट मैं बच्चों नाल करदा सी ना, तो मैं की करदा सी, डेली इक्को शूज़ पा के रखदा सी, ठीक है। डेली इक्को स्पोर्ट्स शूज़ सीगे, वो मैं पा के रखदा सीगा। हुण जदों स्पोर्ट्स शूज़ पाउणे, तो मैं एक कंडक्टर हाँ, जे मैं वैंडीग्राफ जनरेटर नाल पंगा लै रहा, तो इहदा मतलब मैं आह बन रहा एक तरीके नाल, मेरे ते चार्ज आ रहा। हुण मेरे मैं सारा एक कंडक्टर हो गया, यानी कि मैं आह बन गया, मेरे शूज़ आ बन गए बेटे, आ वाले, एंड उस तो बाद जिहड़ा ग्राउंड है वो आ बन गया। गल समझ आ गई। हुण एवें करना जो रोज़ एक्सपैरीमेंट करता सी, तो मेरे जिहड़े शूज़ सीगे, जिहड़ा स्पेस मेरे शूज़ दे विच आ गया ना, जिहड़ा डायलैक्ट्रिक मीडियम आ गया, उत्थे एनर्जी स्टोर होण लग पई।
ਮੈਂ ਤੁਹਾਨੂੰ ਸੱਚ ਪਹਿਲਾਂ ਇਹ ਤਾਂ ਮੈਨੂੰ ਬਾਅਦ 'ਚ ਪਤਾ ਲੱਗਾ ਨਾ। ਹੋਇਆ ਕੀ ਕਰੇ ਕਿ ਹਰ ਰੋਜ਼ ਜਦੋਂ ਹੀ ਮੈਂ ਉਹ ਸ਼ੂਜ਼ ਰਾਤ ਨੂੰ ਲਾਉਣੇ, ਲਾ ਕੇ ਸਵੇਰੇ ਪਾਉਣੇ, ਪਾਉਣ ਤੋਂ ਬਾਅਦ ਆਪਾਂ ਸ਼ੂਜ਼ ਪਾਉਣ ਤੋਂ ਬਾਅਦ ਕੀ ਕਰਦੇ ਹਾਂ, ਅਫਕੋਰਸ ਹੱਥ ਧੋਣ ਜਾਂਦੇ ਹਾਂ। ਉਹ ਜਦੋਂ ਹੀ ਮੈਂ ਹੱਥ ਧੋਣ ਜਾਣਾ, ਮੈਂ ਟੈਪ ਨੂੰ ਹੱਥ ਲਾਉਣਾ, ਮੈਨੂੰ ਕਰੰਟ ਵੱਜਣਾ ਕਰਨਾ। ਮੈਂ ਕਹਿੰਦਾ ਯਾਰ ਵੀ ਵੈਂਡੀਗ੍ਰਾਫ ਨਾਲ ਮੈਂ ਪੜ੍ਹਾਇਆ ਤਾਂ ਹੈ ਨਹੀਂ, ਇਹ ਐਵੇਂ ਕਿਉਂ ਹੁੰਦਾ ਹੈ? ਫਿਰ ਕਈ ਦਿਨਾਂ ਬਾਅਦ ਮੇਰੇ ਦਿਮਾਗ 'ਚ ਗੱਲ ਆਈ, ਉਹ ਤੇਰੇ ਕੀ, ਮੈਂ ਕਿਹਾ ਵੀ એનર્ਜੀ ਤਾਂ ਉੱਥੇ ਸਟੋਰ ਹੋ ਜਾਂਦੀ ਹੈ ਸ਼ੂਜ਼ ਦੇ ਵਿੱਚ। ਉਹ ਫਿਰ ਜਦੋਂ ਵੀ ਮੈਂ ਪਾਉਣੇ ਆਹੀ ਕੁਝ ਹੋ ਜਾਂਦਾ ਸੀ ਨਾ। ਮੈਂ ਉਹਨੂੰ ਡਿਸੈਂਬਲ ਕਰਕੇ ਰੱਖ ਦੇਣਾ, ਪਰ ਜਦੋਂ ਹੀ ਪਾਉਣੇ ਫੀਲਡ ਦੇ ਵਿੱਚ ਉੱਥੇ એનર્ਜੀ ਸੈਟਅਪ ਸੀਗੀ, ਤਾਂ ਬਸ ਨਜ਼ਾਰੇ ਲਈਦੇ ਸੀਗੇ। ਠੀਕ ਹੈ, ਸੋ ਦਿਸ ਵਾਜ਼ ਲੀਡਨ ਜ਼ਾਰ। ਹੁਣ ਇਹ ਤੁਹਾਡਾ ਪੁਰਾਣੇ ਤਰ੍ਹਾਂ ਦਾ ਕੈਪੈਸਿਟਰ ਹੈ। ਤੁਸੀਂ એનર્ਜੀ ਕਿਹੜੀ ਫਾਰਮ 'ਚ ਦੇਖੀ? ਇਨ ਦਾ ਫਾਰਮ ਆਫ ਲਾਈਟ। ਅਗਲੇ ਲੈਕਚਰ ਦੇ ਵਿੱਚ ਆਪਾਂ એનર્ਜੀ ਦੀ ਡੈਰੀਵੇਸ਼ਨ ਵੀ ਕਰਨੀ ਹੈ ਤੇ ਨਾਲ ਆਪਾਂ એનર્ਜੀ ਦੇ ਨੂਮੈਰੀਕਲਸ ਵੀ ਕਰਨੇ ਹੈ। ਸੋ ਸਟੇ ਟਿਊਨਡ, ਵਧੀਆ ਤਰੀਕੇ ਨਾਲ ਪੜ੍ਹਦੇ ਰਹਿਣਾ। ਠੀਕ ਹੈ, ਬਾਏ।